माहौल होया जो उठ के चले सी तो खेतीबाड़ी मंत्री ने लिखती तौर पर एक परचा देता, उन्होंने कहा कि 15 मिनट की ब्रेक ला लो। देखो ਸਾਡੇ ਆਗੂਆਂ ਨਾਲ ਅੰਦਰ ਗੱਲਬਾਤ ਹੋਈ ਹੈ, ਜਿਹੜੇ ਮੀਟਿੰਗ ਦੇ ਵਿੱਚ ਸ਼ਾਮਲ ਹੈ, ਉਹ ਕਲੀਅਰ ਕੱਟ ਹੀ ਹੈ ਸਾਰੇ ਆਗੂਆਂ ਦੇ ਵੱਲੋਂ, ਸਾਰੀਆਂ ਜਥੇਬੰਦੀਆਂ ਵੱਲੋਂ ਹੀ ਹੈ ਵੀ ਇਹ ਚਰਚਾ ਅੱਜ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂ ਹੈ। ਜਿਆਦਾ ਅਸੀਂ ਤੁਹਾਤੋਂ ਗੱਲਾਂ ਸੁਣਨ ਨਹੀਂ ਆਏ, ਕਲੀਅਰ ਕੱਟ ਇਸ ਗੱਲ ਦੇ ਉੱਤੇ ਆਓ ਕਿ ਇਹਨਾਂ ਕਾਨੂੰਨਾਂ ਨੂੰ ਤਿੰਨਾਂ ਨੂੰ ਰੱਦ ਕਰੋ, ਬਿਜਲੀ ਬਿੱਲ 2020 ਵਾਪਸ ਲਓ, ਪਰਾਲੀ ਵਾਲਾ ਜਿਹੜਾ ਬਿੱਲ ਹੈ ਉਹਨੂੰ ਵਾਪਸ ਲਓ। यानी हुण 15 मिनट की ब्रेक हुई, 15 मिनट बाद किसान जथेबंदियां सोचणगियां अगे चलना है, बाहर आना है, की रुकना है, की करना है, क्योंकि लिखती तौर पर खेतीबाड़ी मंत्री ने दिता है। देखो किसान जथेबंदियां नहीं हुण सोचणगियां, हुण तां सरकार दे मंत्री सोचणगे भी की ਅਸੀਂ ਇਸ ਰੱਦ ਕਰਨ ਵਾਲੇ ਮੂਡ ਦੇ ਵਿੱਚ ਹੈਗੇ ਆ ਜਾਂ ਨਹੀਂ। ਕਿਸਾਨ ਆਗੂਆਂ ਨੇ ਤਾਂ ਗੱਲ ਖਤਮ ਕਰ ਦਿੱਤੀ ਹੈ ਵੀ ਇਦੋਂ ਅੱਗੇ ਕੋਈ ਗੱਲ ਹੀ ਨਹੀਂ ਹੈ। ਗੱਲਬਾਤ ਹੀ ਇਹ ਹੈ ਵੀ ਜਾਂ ਤਾਂ ਰੱਦ ਕਰੋ ਤੇ ਨਹੀਂ ਫਿਰ ਅਸੀਂ ਚੱਲੇ ਆ, ਅਸੀਂ ਆਪਦਾ ਜਿਹੜਾ ਘੋਲ ਹੈ ਉਹਨੂੰ ਤਿੱਖਾ ਕਰਾਂਗੇ, ਆਉਂਦੇ ਦਿਨਾਂ 'ਚ ਦੇਖਾਂਗੇ। ਆਗੂ ਨੇ ਕਿਹਾ ਕਿ ਅਸੀਂ ਬਾਹਰ ਆ ਰਹੇ ਹਾਂ ਅਗਰ ਕਿ ਸਰਕਾਰ ਨੇ ਗੱਲ ਨਹੀਂ ਮੰਨੀ। ਬਿਲਕੁਲ ਬਿਲਕੁਲ, ਜੇ ਨਹੀਂ ਉਦੋਂ ਬਾਅਦ ਕੋਈ ਗੱਲ ਕਾਹਦੇ ਤੇ ਚੱਲੂਗੀ, ਜਦੋਂ ਚਰਚਾ ਕਰਨ ਵਾਲੀ ਗੱਲ ਤੋਂ ਸਾਰੇ ਜਥੇਬੰਦੀਆਂ ਦੇ ਆਗੂਆਂ ਨੇ ਜਵਾਬ ਦੇ ਦਿੱਤਾ। ਤੁਹਾਡੀ ਜਥੇਬੰਦੀ ਦਾ ਕੀ ਨਾਮ ਹੈ? ਵੀ ਕਲੀਅਰ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ। ਉਗਰਾਹਾਂ ਵੱਲੋਂ ਇਹ ਸਾਫ਼ ਕੀਤਾ ਗਿਆ, ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਜੋ ਮਾਲਵੇ ਦੇ ਵਿੱਚ ਇੱਕ ਪੈਰਲਲ ਸਰਕਾਰ ਚਲਾਉਂਦੀ ਸਭ ਤੋਂ ਵੱਡੀ ਜਥੇਬੰਦੀ ਕਿਹਾ ਜਾਂਦਾ ਹੈ, ਉਹ ਜਥੇਬੰਦੀ ਦੇ ਆਗੂ ਨੇ ਸਾਫ਼ ਕੀਤਾ ਕਿ ਅਸੀਂ ਉੱਠ ਕੇ ਬਾਹਰ ਆ ਰਹੇ ਹਾਂ ਅਗਰ ਸਾਡੀਆਂ ਗੱਲਾਂ ਨਹੀਂ ਮੰਗੀਆਂ ਗਈਆਂ। ਇਹ ਨਿਊਜ਼ 18 ਦੇ ਸੋਰਸ ਵੀ ਜਾਣਕਾਰੀ ਦੇ ਰਹੇ ਸੀ। ਸਭ ਤੋਂ ਪਹਿਲਾਂ ਅਸੀਂ ਜਾਣਕਾਰੀ ਦੇ ਰਹੇ ਹਾਂ ਕਿ ਕਿਸਾਨ ਜਥੇਬੰਦੀਆਂ ਨੇ ਸਾਫ਼ ਕਰਤਾ ਹੈ ਕਿ ਅਗਰ ਕਾਨੂੰਨ ਵਾਪਸ ਨਹੀਂ ਹੋਣੇ ਤਾਂ ਫਿਰ ਅਸੀਂ ਉੱਠ ਕੇ ਚੱਲੇ ਹਾਂ। ਤਾਂ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਨੇ ਜਦੋਂ ਮਾਹੌਲ ਥੋੜਾ ਤਣਾਅਪੂਰਨ ਹੋਇਆ ਤਾਂ ਉਸ ਵੇਲੇ ਖੇਤੀਬਾੜੀ ਮੰਤਰੀ ਨੇ ਬਕਾਇਦਾ ਤੌਰ ਤੇ ਕਿਹਾ ਕਿ 15 ਮਿੰਟ ਦੀ ਬ੍ਰੇਕ ਲੈਣੇ ਆ, ਲਿਖਤੀ ਤੌਰ ਤੇ ਜੋ ਤੁਹਾਡੇ ਖਰਚੇ ਸੀਗੇ ਉਸ ਦਾ ਜਵਾਬ ਵੀ ਜਿਹੜਾ ਖੇਤੀਬਾੜੀ ਮੰਤਰੀ ਵੱਲੋਂ ਦਿੱਤਾ ਗਿਆ। ਗੌਰਵ, ਵੱਡੀ ਖਬਰ ਇਸ ਸਮੇਂ, ਵੱਡੀ ਖਬਰ ਪੰਕਜ ਕਪਾਹੀ ਨੇ ਦਿੱਤੀ ਹੈ ਤੇ ਜਸਵਿੰਦਰ ਸਿੰਘ ਪੰਕਜ ਦੇ ਨਾਲ ਜੁੜੇ ਹੋਏ ਸਨ। ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੂਬਾ ਕਮੇਟੀ ਦੇ ਮੈਂਬਰ ਨੇ ਤੇ ਉਹਨਾਂ ਦੇ ਵੱਲੋਂ ਇਸ ਸਮੇਂ, ਕਿਉਂਕਿ ਉਹਨਾਂ ਦੇ ਨੁਮਾਇੰਦੇ ਪ੍ਰਧਾਨ ਅੰਦਰ ਗਏ ਹੋਣਗੇ ਜੋਗਿੰਦਰ ਸਿੰਘ ਉਗਰਾਹਾਂ, ਤੇ ਉਹਨਾਂ ਦੇ ਨਾਲ ਫੋਨ ਦੇ ਉੱਤੇ ਗੱਲਬਾਤ ਕਰਕੇ ਇਸ ਸਮੇਂ ਦੀ ਵੱਡੀ ਖਬਰ ਉਹ ਦੇ ਰਹੇ ਨੇ ਕਿ ਕਿਸਾਨ ਜਥੇਬੰਦੀਆਂ ਨੇ ਅੰਦਰ ਜਾ ਕੇ ਕਲੀਅਰ ਕੱਟ ਕੁਝ ਸ਼ਬਦਾਂ ਦੇ ਵਿੱਚ ਆਪਣੀ ਗੱਲ ਰੱਖ ਦਿੱਤੀ ਹੈ ਕਿ ਅੱਜ ਸਮਝਣ ਸਮਝਾਉਣ ਵਾਲਾ ਮਾਹੌਲ ਨਹੀਂ, ਅੱਜ ਅਸੀਂ ਇੱਕੋ ਗੱਲ ਲੈ ਕੇ ਆਏ ਹਾਂ ਕਿ ਤੁਸੀਂ ਖੇਤੀ ਕਾਨੂੰਨ ਰੱਦ ਕਰੋ। ਖੇਤੀ ਕਾਨੂੰਨ ਰੱਦ ਕਰਕੇ ਜਿਹੜਾ ਸਾਡਾ ਅੰਦੋਲਨ ਖਤਮ ਹੋਵੇਗਾ, ਉਸ ਤੋਂ ਪਹਿਲਾਂ ਨਹੀਂ ਅੰਦੋਲਨ ਖਤਮ ਹੋਏਗਾ। ਇਹ 10 ਮੰਗਾਂ ਜਿਹੜੀਆਂ ਹੈਗੀਆਂ ਨੇ ਉਹ ਵੀ ਤੁਹਾਨੂੰ ਨਾਲ ਨਾਲ ਦਿਖਾਉਂਦੇ ਰਹਾਂਗੇ ਕਿ ਕਿਹੜੀਆਂ 10 ਮੰਗਾਂ ਕਿਸਾਨਾਂ ਦੇ ਵੱਲੋਂ ਰੱਖੀਆਂ ਜਾ ਰਹੀਆਂ ਨੇ। ਵੱਡੀ ਖਬਰ ਹੈ, ਪਹਿਲੇ ਗੇੜ ਦੀ ਗੱਲਬਾਤ ਖਤਮ ਹੋ ਚੁੱਕੀ ਹੈ। ਪਹਿਲੇ ਗੇੜ ਦੀ ਗੱਲਬਾਤ 5ਵੇਂ ਰਾਉਂਡ ਦੇ ਵਿੱਚ 5ਵੀਂ ਮੁਲਾਕਾਤ ਹੈ ਇਹ ਸਰਕਾਰ ਤੇ ਕਿਸਾਨਾਂ ਦੇ ਵਿਚਾਲੇ। 2 ਹਰਫੀ ਜਵਾਬ ਦਿੱਤਾ ਗਿਆ ਸਰਕਾਰ ਨੂੰ ਕਿਸਾਨਾਂ ਦਾ, ਤੇ ਤੁਹਾਨੂੰ ਦੱਸ ਦਈਏ ਕਿ ਕਾਨੂੰਨ ਰੱਦ ਕਰੋ ਨਹੀਂ ਤਾਂ ਮੀਟਿੰਗ ਖਤਮ ਕਰੋ, ਇਹ ਕਿਸਾਨ ਕਹਿ ਰਹੇ ਨੇ। 15 ਮਿੰਟ ਦੀ ਬ੍ਰੇਕ ਲਈ ਗਈ ਹੈ, 15 ਮਿੰਟ ਦੀ ਬ੍ਰੇਕ, ਤਾਂ ਇਸ ਨੂੰ ਤੁਸੀਂ ਲੰਚ ਬ੍ਰੇਕ ਵੀ ਕਹਿ ਸਕਦੇ ਹੋ ਜਾਂ ਤੁਸੀਂ ਟੀ ਬ੍ਰੇਕ ਕਹਿ ਸਕਦੇ ਹੋ। 15 ਮਿੰਟ ਦੀ ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਜਿਹੜੇ ਕਿਸਾਨ ਨੇ ਉਹ ਬੈਠਣਗੇ, ਗੱਲਬਾਤ ਕਰਨਗੇ। ਪਰ ਅੱਜ ਕਿਸਾਨ ਕਹਿ ਰਹੇ ਨੇ ਕਿ ਅੱਜ ਕੋਈ ਗੱਲਬਾਤ ਨਹੀਂ। 10 ਮੰਗਾਂ ਕਿਸਾਨਾਂ ਦੀਆਂ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਅੰਦੋਲਨ ਦੌਰਾਨ ਦਰਜ ਪਰਚੇ ਵਾਪਸ ਕੀਤੇ ਜਾਣ। ਜਿਹੜੀ ਪਹਿਲੀ ਮੰਗ ਹੈ ਉਹ ਸਭ ਤੋਂ ਵੱਡੀ ਮੰਗ ਕਿਸਾਨਾਂ ਦੀ ਕਿ ਖੇਤੀ ਕਾਨੂੰਨ ਰੱਦ ਕੀਤੇ ਜਾਣ। ਜਿਹੜੇ ਪਰਾਲੀ ਨੂੰ ਲੈ ਕੇ ਆਰਡੀਨੈਂਸ ਹੈ ਉਹ ਰੱਦ ਕੀਤੇ ਜਾਣ। ਜਿਹੜੇ ਬਿਜਲੀ ਨੂੰ ਲੈ ਕੇ ਕਾਨੂੰਨ ਬਣਾਏ ਜਾ ਰਹੇ ਨੇ ਉਹ ਰੱਦ ਕੀਤੇ ਜਾਣ, ਉਹ ਵਾਪਸ ਲਏ ਜਾਣ। ਤੇ ਹੋਰ ਕੀ ਮੰਗਾਂ ਨੇ ਉਹ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਕਿਸਾਨਾਂ ਦੀਆਂ 10 ਮੰਗਾਂ ਨੇ। ਵੱਡੀ ਖਬਰ ਇਸ ਸਮੇਂ ਦੀ ਅਸੀਂ ਤੁਹਾਨੂੰ ਦੱਸ ਰਹੇ ਹਾਂ। ਮੀਟਿੰਗ ਜਾਰੀ ਹੈ, ਪਰ ਮੀਟਿੰਗ ਦੇ ਵਿੱਚ ਕਿ ਵਾਕਈ ਗੱਲਬਾਤ ਬਣੇਗੀ ਜਾਂ ਗੱਲਬਾਤ ਵਿਗੜ ਜਾਏਗੀ, ਕਿ ਹੋਰ ਗੱਲਬਾਤ ਵਿਗੜ ਸਕਦੀ ਹੈ। ਰੁਖ ਪੰਕਜ ਕਪਾਹੀ ਦਾ ਇੱਕ ਵਾਰ ਫਿਰ ਤੋਂ ਕਰਾਂਗੇ। ਪੰਕਜ, ਮੰਗਾਂ ਤਾਂ ਬਹੁਤ ਲੰਬੀਆਂ ਚੌੜੀਆਂ ਕਿਸਾਨਾਂ ਦੀਆਂ ਹੈਗੀਆਂ ਨੇ। ਮੈਂ ਗੱਲਬਾਤ ਸਮਝਣਾ ਚਾਹੁੰਦਾ ਕਿ ਕਿਸਾਨ ਫਿਰ ਗੱਲਬਾਤ ਕਿਹੜੇ ਮੁੱਦੇ ਦੇ ਉੱਤੇ ਕਰ ਰਹੇ ਨੇ। ਪਹਿਲੀਆਂ 4 ਮੀਟਿੰਗਾਂ ਜਿਹੜੀਆਂ ਹੋ ਚੁੱਕੀਆਂ ਨੇ ਉਹ ਕਿਹੜੇ ਮੁੱਦਿਆਂ ਦੇ ਉੱਤੇ ਗੱਲਬਾਤ ਹੁੰਦੀ ਰਹੀ। ਪਹਿਲੀ ਮੀਟਿੰਗ ਨੂੰ ਅਸੀਂ ਛੱਡ ਵੀ ਲਈਏ, ਜਿਹੜੀ ਖੇਤੀਬਾੜੀ ਸਕੱਤਰ ਸੰਜੇ ਅਗਰਵਾਲ ਦੇ ਨਾਲ ਹੋਈ ਸੀ, ਉਹ ਕਿਸਾਨਾਂ ਨੇ ਬਾਈਕਾਟ ਕਰ ਦਿੱਤਾ ਸੀ, ਉਹ ਵੀ ਦਿੱਲੀ ਦੇ ਵਿੱਚ ਮੀਟਿੰਗ ਹੋਈ ਸੀ। ਉਸ ਤੋਂ ਬਾਅਦ 3 ਮੀਟਿੰਗਾਂ, ਜੇ ਦੂਜੀ ਮੀਟਿੰਗ ਦੀਵਾਲੀ ਤੋਂ ਇੱਕ ਦਿਨ ਪਹਿਲਾਂ 13 ਨਵੰਬਰ ਦਾ ਮੈਂ ਜ਼ਿਕਰ ਕਰਾਂ 6-7 ਘੰਟੇ ਉਹ ਵੀ ਚੱਲੀ ਸੀ। ਉਸ ਤੋਂ ਬਾਅਦ 1 ਦਸੰਬਰ ਨੂੰ 3-3.5 ਘੰਟੇ ਮੀਟਿੰਗ ਚੱਲੀ। 3 ਦਸੰਬਰ ਨੂੰ 7-7.5 ਘੰਟੇ ਮੀਟਿੰਗ ਚੱਲੀ। ਕਿ ਵਾਕਈ ਹੀ ਕਾਨੂੰਨ ਰੱਦ ਕਰਨ ਦੇ ਉੱਤੇ ਹੀ ਹੁਣ ਪੂਰਾ ਮਾਮਲਾ ਆ ਕੇ ਫਸ ਗਿਆ ਜਾਂ ਫਿਰ ਕੋਈ ਅਜਿਹਾ ਐਲੀਮੈਂਟ ਹੈ ਜਾਂ ਅਜਿਹਾ ਕੋਈ ਪੁਆਇੰਟ ਹੈ ਜਿਸ ਦੇ ਉੱਤੇ ਗੱਲਬਾਤ ਕਰਕੇ ਪੂਰਾ ਮਸਲਾ ਸੁਲਝਾਇਆ ਜਾਵੇਗਾ ਜਾਂ ਸੁਲਝਾਇਆ ਜਾ ਸਕਦਾ ਹੈ। गौरव, एक गल साफ है कि सरकार वालों लगातार कहा जा रहा है कि सोध किया जाएगा। सरकार वालों कहा जा रहा है कि जो तुसी लिखती तौर पर कमियां दसियां सी, एक एक कमी नूं लैके बकायदा तौर पर खेतीबाड़ी मंत्री ने लिखती तौर पर जवाब दिता है। किसानां तो सरकार ने पूछा सी, दसो
ਕਿਹੜੀਆਂ ਤੁਹਾਡੀਆਂ ਮੰਗਾਂ ਨੇ ਜਿਸ ਦੇ ਵਿੱਚ ਤੁਹਾਨੂੰ ਲੱਗ ਰਿਹਾ ਹੈ ਕਿ ਇਹ ਕਾਨੂੰਨ ਦੇ ਵਿੱਚ ਖਾਮੀਆਂ ਨੇ, ਉਸ ਬਾਰੇ ਦੱਸੋ। ਉਸ ਮੁਤਲਕ ਸਰਕਾਰ ਵੱਲੋਂ ਜੋ ਕਿਸਾਨਾਂ ਵੱਲੋਂ ਕਿਹਾ ਗਿਆ, ਕਿਸਾਨਾਂ ਨੇ ਕਿਹਾ ਇੱਕ ਤਾਂ ਇਲੈਕਟ੍ਰਿਸਿਟੀ 2020 ਜਿਸ ਦੇ ਵਿੱਚ ਜੋ ਛੇੜਛਾੜ ਕਰਨ ਦੀ ਕੋਸ਼ਿਸ਼ ਸਰਕਾਰ ਕਰ ਰਹੀ ਹੈ, ਜਿਸ ਦੇ ਵਿੱਚ ਇਹ ਕਿਹਾ ਜਾ ਰਿਹਾ ਹੈ ਕਿ ਕਿਸਾਨਾਂ ਦੀ ਸਬਸਿਡੀ ਖਤਮ ਕਰ ਦਿੱਤੀ ਜਾਏਗੀ, ਚਾਹੇ ਟਿਊਬਵੈਲ ਕਨੈਕਸ਼ਨ ਤੇ ਹੋਵੇ ਚਾਹੇ ਬਿਜਲੀ ਨੂੰ ਲੈ ਕੇ ਹੋਵੇ, ਉਹ ਸਭ ਖਤਮ ਕਰ ਦਿੱਤੀਆਂ ਜਾਣਗੀਆਂ, ਸਿੱਧੇ ਖਾਤੇ 'ਚ ਪੈਸੇ ਆਣਗੇ। ਉਹ ਕਿਸਾਨਾਂ ਨੂੰ ਮਨਜ਼ੂਰ ਨਹੀਂ ਹੈ। ਸਾਫ਼ ਤੌਰ ਤੇ ਕਿਸਾਨਾਂ ਦਾ ਕਹਿਣਾ ਹੈ ਕਿ ਉਸ ਨੂੰ ਨਾ ਛੇੜਿਆ ਜਾਵੇ। ਦੂਸਰਾ, ਜੋ ਪਿਛਲੇ ਦਿਨਾਂ 'ਚ ਹਵਾ ਨੂੰ ਲੈ ਕੇ, ਜ਼ਹਿਰੀਲੀ ਹੁੰਦੀ ਹਵਾ ਨੂੰ ਲੈ ਕੇ ਕਿਹਾ ਗਿਆ ਕਿ ਪਰਾਲੀ ਇੱਕ ਵੱਡੀ ਵਜ੍ਹਾ ਹੈ, ਪਰਾਲੀ ਜਿਹੜੇ ਕਿਸਾਨ ਸਾੜਦੇ ਨੇ 1 ਕਰੋੜ ਤੱਕ ਦਾ ਜੁਰਮਾਨਾ ਹੋ ਸਕਦਾ ਹੈ, ਉਸ ਨੂੰ ਕਿਸਾਨਾਂ ਨੂੰ 1 ਕਰੋੜ ਤੱਕ ਦਾ ਜੁਰਮਾਨਾ ਤੇ ਨਾਲ ਸਜ਼ਾ ਹੋ ਸਕਦੀ ਹੈ। ਇਸ ਨੂੰ ਲੈ ਕੇ ਵਾਪਸ ਲਿਆਉਣ ਦੀ ਗੱਲ ਜਿਹੜੀ ਆਰਡੀਨੈਂਸ, ਉਹ ਆਰਡੀਨੈਂਸ ਵਾਪਸ ਕੀਤੇ ਜਾਣ, ਇਹ ਕਿਸਾਨਾਂ ਦੀ ਮੰਗ ਹੈ। ਇਸ ਤੋਂ ਇਲਾਵਾ 3 ਨਵੇਂ ਕਾਨੂੰਨ ਜਿਹੜੇ ਪਾਰਿਤ ਕੀਤੇ ਗਏ, 3 ਨਵੇਂ ਕਾਨੂੰਨ ਜਿਹੜੇ ਬਣਾਏ ਗਏ, ਉਹ ਖੇਤੀ ਕਾਨੂੰਨਾਂ ਤੇ ਕਿਸਾਨਾਂ ਨੂੰ ਇਤਰਾਜ਼ ਆ। ਉਸ ਵਿੱਚ ਕਈ ਸਾਰੇ ਕਾਮਨ ਪੁਆਇੰਟ ਨੇ। ਉਸ ਦੇ ਵਿੱਚ ਭਰੋਸਾ ਸੀਗਾ, ਲਗਾਤਾਰ ਸਰਕਾਰ ਨੇ ਹੁਣੇ ਭਰੋਸਾ ਦਿੱਤਾ ਹੈ ਕਿ ਐਮਐਸਪੀ ਖਤਮ ਨਹੀਂ ਕੀਤੀ ਜਾਏਗੀ। ਇਹ ਲਿਖਤੀ ਤੌਰ ਤੇ ਬਕਾਇਦਾ ਤੌਰ ਤੇ ਸਰਕਾਰ ਜਿਹੜੀ ਹੈ ਉਹ ਕਹਿ ਰਹੀ ਹੈ ਕਿ ਕਿਸਾਨਾਂ ਨੂੰ ਇਸ ਗੱਲ ਦਾ ਡਰ ਸੀਗਾ ਕਿ ਜੋ ਐਮਐਸਪੀ ਖੇਤਾਂ ਨੂੰ ਲੈ ਕੇ, ਜੋ ਐਮਐਸਪੀ ਚਾਹੇ ਚਾਵਲ ਨੂੰ ਲੈ ਕੇ ਹੋਵੇ ਚਾਹੇ ਕਣਕ ਨੂੰ ਲੈ ਕੇ ਹੋਵੇ ਜੋ ਮਿਲਦੀ ਹੈ, ਉਹ ਸਰਕਾਰ ਖਤਮ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਜੋ ਜਾਣਕਾਰੀ ਕਿਸਾਨਾਂ ਵੱਲੋਂ ਦਿੱਤੀ ਗਈ ਕਿ ਐਮਐਸਪੀ ਤੋਂ ਇਲਾਵਾ ਜੋ ਸਰਕਾਰ ਨਵੇਂ ਕਾਨੂੰਨ ਲੈ ਕੇ ਆਈ ਹੈ, ਕਾਰਪੋਰੇਟ ਘਰਾਣਿਆਂ ਨੂੰ ਫਾਇਦਾ ਹੋਏਗਾ, ਉਹਨਾਂ ਦੀਆਂ ਜ਼ਮੀਨਾਂ ਜਿਹੜੀਆਂ ਉਸ ਤੇ ਕਬਜ਼ਾ ਹੋ ਜਾਏਗਾ ਔਰ ਕਿਸਾਨ ਜਿਹੜੇ ਨੇ ਐਸਡੀਐਮ ਤੱਕ ਜਾਣਗੇ। ਉਸ ਨੂੰ ਲੈ ਕੇ ਵੀ ਲਿਖਤੀ ਤੌਰ ਤੇ ਸਰਕਾਰ ਨੇ ਅੱਜ ਭਰੋਸਾ ਦਿੱਤਾ ਹੈ ਕਿ ਤੁਸੀਂ ਕੋਰਟ ਤੱਕ ਜਾ ਸਕਦੇ ਹੋ, ਕੋਰਟ ਦਾ ਰੁਖ ਕਰ ਸਕਦੇ ਹੋ। ਲੇਕਿਨ ਹੁਣ ਕਿਸਾਨ ਜਥੇਬੰਦੀਆਂ ਨੇ ਕਿਹਾ ਕਿ ਹੁਣ ਸੋਧ ਦਾ ਸਮਾਂ ਚਲਾ ਗਿਆ, ਹੁਣ ਸੋਧ ਨਹੀਂ ਕੀਤੇ ਜਾਣਗੇ। ਇਹ ਕਾਨੂੰਨ ਤਿੰਨੇ ਵਾਪਸ ਹੋਣ, ਆਰਡੀਨੈਂਸ ਵਾਪਸ ਹੋਵੇ। ਔਰ ਤਸਵੀਰਾਂ ਦਿਖਾ ਰਹੇ ਹਾਂ, 15 ਮਿੰਟ ਦੀ ਬ੍ਰੇਕ ਹੋਈ ਹੈ, 15 ਮਿੰਟ ਦੀ ਅਹਿਮ ਬ੍ਰੇਕ ਹੋਈ ਹੈ ਕਿਉਂਕਿ ਕਿਸਾਨ ਉੱਠ ਕੇ ਚੱਲੇ ਸੀਗੇ, ਕਿਸਾਨ ਉੱਠ ਕੇ ਵਾਕਆਊਟ ਕਰਨ ਲੱਗੇ ਸੀਗੇ। ਵਾਕਆਊਟ ਕਰਨ ਦਾ ਮਨ ਕਿਸਾਨਾਂ ਨੇ ਬਣਾ ਲਿਆ ਸੀਗਾ, ਲੇਕਿਨ ਉਸ ਵੇਲੇ ਲਿਖਤੀ ਤੌਰ ਤੇ ਜਿਹੜਾ ਵੈ ਬਕਾਇਦਾ ਤੌਰ ਤੇ ਕਿਹਾ ਗਿਆ, ਖੇਤੀਬਾੜੀ ਮੰਤਰੀ ਨੇ ਲਿਖਤੀ ਤੌਰ ਤੇ ਦਿੱਤਾ ਔਰ ਉਸ ਤੋਂ ਬਾਅਦ 15 ਮਿੰਟ ਦੀ ਬ੍ਰੇਕ ਲਿੱਤੀ ਗਈ ਤਾਂ ਕਿ ਕਿਸਾਨ ਉੱਠ ਕੇ ਨਾ ਜਾ ਸਕਣ। ਖੇਤੀਬਾੜੀ ਮੰਤਰੀ ਨਵਾਂ ਪ੍ਰਪੋਜ਼ਲ ਲੈ ਕੇ ਆਏ ਨੇ। ਨਵਾਂ ਪ੍ਰਪੋਜ਼ਲ ਦੇ ਵਿੱਚ ਕਿਸਾਨਾਂ ਨੂੰ ਕਹਿ ਰਹੇ ਨੇ ਕਿ ਤੁਹਾਡੀਆਂ ਮੰਗਾਂ ਮੰਨੀਆਂ ਜਾ ਰਹੀਆਂ ਨੇ ਲੇਕਿਨ ਕਾਨੂੰਨ ਰੱਦ ਨਹੀਂ ਕੀਤੇ ਜਾ ਰਹੇ। ਤਾਂ ਹੁਣ ਕਿਸਾਨ ਕਹਿ ਰਹੇ ਨੇ ਕਿ ਕਾਨੂੰਨ ਰੱਦ ਕਰਨੇ ਆ ਤਾਂ ਅਸੀਂ ਮੀਟਿੰਗ 'ਚ ਬੈਠਾਂਗੇ, ਨਹੀਂ ਤਾਂ ਅਸੀਂ ਉੱਠ ਕੇ ਚੱਲੇ ਆ। ਇਹ 15 ਮਿੰਟ ਬਾਅਦ ਫਿਰ ਤੋਂ ਮੀਟਿੰਗ ਸ਼ੁਰੂ ਹੋਏਗੀ। ਗੌਰਵ, ਮਹਿਜ਼ ਹੁਣ ਕਿਉਂਕਿ 15 ਮਿੰਟ 'ਚੋਂ ਵੀ 7 ਤੋਂ 8 ਮਿੰਟ ਨਿਕਲ ਚੁੱਕੇ ਨੇ, ਅਗਲੇ 6 ਤੋਂ 7 ਮਿੰਟ 'ਚ ਮੀਟਿੰਗ ਦੁਬਾਰਾ ਸ਼ੁਰੂ ਹੋਏਗੀ। ਇਹ ਵੇਖਣਾ ਹੋਏਗਾ ਕਿਸਾਨ ਜਥੇਬੰਦੀਆਂ ਵਾਕਆਊਟ ਕਰਦੀਆਂ ਨੇ, ਕਿਸਾਨ ਜਥੇਬੰਦੀਆਂ ਬਾਹਰ ਆਉਂਦੀਆਂ ਨੇ ਜਾਂ ਫਿਰ ਕੇਂਦਰ ਸਰਕਾਰ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਦੇ ਵਿੱਚ ਕਾਮਯਾਬ ਹੁੰਦੀ ਹੈ। ਗੌਰਵ, ਬਿਲਕੁਲ ਇਸ ਸਮੇਂ ਦੀ ਵੱਡੀ ਖਬਰ ਅਸੀਂ ਤੁਹਾਨੂੰ ਦੇ ਰਹੇ ਹਾਂ। ਇੱਕ ਵਾਰ ਫਿਰ ਤੋਂ ਤੁਹਾਨੂੰ ਦੱਸ ਦਈਏ ਕਿ ਮੀਟਿੰਗ ਦੇ ਵਿੱਚ ਗਹਿਮਾ ਗਹਿਮੀ ਹੋਈ ਹੈ। ਮੀਟਿੰਗ ਦੇ ਵਿੱਚ ਜਿਹੜਾ ਬਹੁਤ ਸੁਖਾਵਾਂ ਮਾਹੌਲ ਤਾਂ ਤੁਸੀਂ ਨਹੀਂ ਕਹਿ ਸਕਦੇ, ਪਰ ਉਮੀਦ ਅਸੀਂ ਇਹੀ ਕਰਾਂਗੇ ਕਿ ਮੀਟਿੰਗ ਦੇ ਵਿੱਚ ਗੱਲਬਾਤ ਬਹੁਤ ਤਰੀਕੇ ਦੇ ਨਾਲ ਹੋਵੇ। ਦੋਵੇਂ ਧਿਰਾਂ ਦੇ ਵੱਲੋਂ ਇਸ ਪੂਰੇ ਮੁੱਦੇ ਨੂੰ ਸੁਲਝਾਉਣ ਦੇ ਵੱਲ ਦੋਵੇਂ ਧਿਰਾਂ ਵਧਣ। ਪਰ ਵੱਡੀ ਖਬਰ ਇਸ ਸਮੇਂ ਹੈ ਕਿ ਸਰਕਾਰ ਨੂੰ ਕਿਸਾਨਾਂ ਦਾ 2 ਹਰਫੀ ਜਵਾਬ, ਉਹ ਕਹਿ ਦਿੱਤਾ ਹੈ ਕਿ ਕਾਨੂੰਨ ਰੱਦ ਕਰੋ ਨਹੀਂ ਤਾਂ ਮੀਟਿੰਗ ਖਤਮ ਕਰੋ। ਇਹ ਲੱਗ ਰਿਹਾ ਸੀ ਕਿ 3 ਤਰੀਕ ਨੂੰ ਜਿਹੜੀ ਮੀਟਿੰਗ ਹੋਈ, ਜਿਹੜੀ ਇੱਕ ਦਿਨ ਪਹਿਲਾਂ ਮੀਟਿੰਗ ਹੋਈ ਸੀ, ਉਸ ਸਮੇਂ ਵੀ ਇਹ ਚਰਚਾਵਾਂ ਜ਼ਰੂਰ ਸੀ ਕਿ ਕਿਸਾਨ ਇਹ ਕਹਿਣਗੇ ਕਿ ਤੁਸੀਂ ਅੱਗੇ ਮੀਟਿੰਗ ਕਰਨੀ ਹੈ ਤਾਂ ਫਿਰ ਪੂਰਾ ਮਸਲੇ ਦਾ ਹੱਲ ਕੱਢਿਆ ਜਾਵੇ। ਤਾਂ ਪਰਸੋਂ ਜਿਹੜੀ ਮੀਟਿੰਗ ਹੋਈ ਸੀ ਉਸ ਤੋਂ ਬਾਅਦ ਖੇਤੀਬਾੜੀ ਮੰਤਰੀ ਕਹਿ ਰਹੇ ਸੀ ਕਿ ਸ਼ਨੀਵਾਰ ਨੂੰ ਜਿਹੜੀ ਮੀਟਿੰਗ ਹੋਏਗੀ, ਯਾਨੀ ਜਿਹੜੀ ਅੱਜ ਮੀਟਿੰਗ ਹੋ ਰਹੀ ਹੈ, ਉਸ ਬਾਰੇ ਬਿਆਨ ਦਿੱਤਾ ਗਿਆ ਸੀ ਕਿ ਉਹ ਨਿਰਣਾਇਕ ਮੀਟਿੰਗ ਹੋਏਗੀ, ਯਾਨੀ ਕਿ ਫੈਸਲਾਕੁਨ ਮੀਟਿੰਗ ਹੋਏਗੀ। ਉਹ ਤਾਂ ਕਾਨੂੰਨ ਰੱਦ ਕਰਨ ਨੂੰ ਲੈ ਕੇ ਕਿਸਾਨ ਅੜੇ ਹੋਏ ਨੇ। ਇਸ ਸਮੇਂ ਜ਼ਰੂਰ ਸਮਝਾਉਣ ਦੀ, ਦੱਸਣ ਦੀ ਕੋਸ਼ਿਸ਼ ਹੈ ਕਿ ਪੂਰਾ ਮਾਮਲਾ ਹੈ ਕੀ। ਦੇਖੋ, 3 ਖੇਤੀ ਆਰਡੀਨੈਂਸ ਲੈ ਕੇ ਆਈ ਸਰਕਾਰ ਜੂਨ ਦੇ ਵਿੱਚ। ਉਸ ਆਰਡੀਨੈਂਸ ਨੂੰ ਲੋਕ ਸਭਾ ਤੇ ਰਾਜ ਸਭਾ ਦੇ ਵਿੱਚ ਪਾਸ ਕਰਵਾ ਕੇ ਰਾਸ਼ਟਰਪਤੀ ਦੀ ਮਨਜ਼ੂਰੀ ਤੋਂ ਬਾਅਦ ਉਹ ਕਾਨੂੰਨ ਬਣ ਗਏ ਤੇ ਉਸ ਦੇ ਉੱਤੇ ਹੀ ਰੇੜਕੇ ਦੇ ਵਿੱਚ ਬਹੁਤ ਸਾਰੇ ਪੁਆਇੰਟਸ ਨੇ ਜਿਨ੍ਹਾਂ ਦੇ ਉੱਤੇ ਕਿਸਾਨ ਜਥੇਬੰਦੀਆਂ ਨੂੰ ਇਤਰਾਜ਼ ਹੈ। ਮੋٹے ਪੁਆਇੰਟ ਅਸੀਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰਾਂਗੇ ਕਿ ਕਿਉਂ ਇਤਰਾਜ਼ ਹੈ ਕਿ ਤੇ ਕੀ ਮੰਗ ਕਰ ਰਹੇ ਨੇ ਕਿ ਕਿਉਂ ਕਾਨੂੰਨ ਵਾਪਸ ਹੋਣ। ਦੇਖੋ, ਸਭ ਤੋਂ ਪਹਿਲੀ ਗੱਲ ਇਹ ਹੈ ਕਿ ਕੇਂਦਰ ਕਹਿ ਰਿਹਾ ਹੈ ਕਿ ਇਹ ਅਸੀਂ ਕਿਸਾਨਾਂ ਦੇ ਹਿੱਤ ਦੇ ਵਿੱਚ ਲੈ ਕੇ ਆਏ ਆ ਕਾਨੂੰਨ ਤੇ ਇਸ ਦੇ ਜ਼ਰੀਏ ਕਿਸਾਨਾਂ ਦੀ ਆਮਦਨ ਵਧਾਉਣ ਦੇ ਵਿੱਚ ਕਾਮਯਾਬੀ ਮਿਲੇਗੀ। ਜੋ 2022 ਤੱਕ ਡਬਲ ਕਰਨ ਦਾ ਜ਼ਿਕਰ ਸੀ ਕਿ ਅਸੀਂ ਆਮਦਨ ਦੁੱਗਣੀ ਕਰ ਦੇਵਾਂਗੇ, ਉਸ ਵੱਲ ਇਹ ਬਹੁਤ ਵੱਡਾ ਕਦਮ ਹੈ। ਦੂਜੇ ਪਾਸੇ ਕਿਸਾਨ ਕਹਿ ਰਹੇ ਨੇ ਕਿ ਇਹ ਕਿਸਾਨ ਹਿਤੈਸ਼ੀ ਨਹੀਂ ਨੇ ਤੇ ਇਸ ਕਰਕੇ ਸਾਨੂੰ ਨਹੀਂ ਚਾਹੀਦੇ ਕਾਨੂੰਨ, ਤੁਸੀਂ ਇਹਨਾਂ ਨੂੰ ਰੱਦ ਕਰੋ। ਹੁਣ ਕਿੱਥੇ ਪੇਚ ਫਸਿਆ ਹੋਇਆ ਹੈ, ਅਸੀਂ ਮੀਟਿੰਗ ਦਾ ਅਪਡੇਟ ਤੁਹਾਨੂੰ ਦਵਾਂਗੇ। ਜ਼ਰੂਰੀ ਹੈ ਕਿ ਇੱਕ ਪੁਆਇੰਟ ਵੀ ਤੁਹਾਨੂੰ ਸਮਝਾਉਂਦੇ ਰਹੀਏ। ਸਭ ਤੋਂ ਪਹਿਲਾਂ ਗੱਲ ਐਮਐਸਪੀ ਅਤੇ ਸਰਕਾਰੀ ਖਰੀਦ ਦੀ। ਕਿਸਾਨਾਂ ਨੇ ਖਦਸ਼ਾ ਜਤਾਇਆ ਕਿ ਐਮਐਸਪੀ ਖਤਮ ਹੋ ਜਾਏਗੀ। ਇਸ ਦੇ ਉੱਤੇ ਸਰਕਾਰ ਨੇ ਕਹਿ ਦਿੱਤਾ ਕਿ ਐਮਐਸਪੀ ਖਤਮ ਨਹੀਂ ਹੋਏਗੀ, ਅਸੀਂ ਲਿਖਤੀ ਤੌਰ ਦੇ ਉੱਤੇ ਤੁਹਾਨੂੰ ਦੇ ਰਹੇ ਹਾਂ। ਐਮਐਸਪੀ ਦਾ ਮਤਲਬ ਹੈ ਮਿਨੀਮਮ ਸਪੋਰਟ ਪ੍ਰਾਈਸ, ਘੱਟੋ ਘੱਟ ਸਮਰਥਨ ਮੁੱਲ। ਜਿਹੜੀ ਵੀ ਫਸਲ ਕਿਸਾਨ ਉਗਾਉਂਦਾ ਹੈ ਤਾਂ ਉਸ ਦਾ ਐਮਐਸਪੀ ਸਰਕਾਰ ਤੈਅ ਕਰਦੀ ਹੈ। 22 ਤੋਂ 23 ਫਸਲਾਂ ਦਾ ਐਮਐਸਪੀ ਤੈਅ ਕੀਤਾ ਜਾਂਦਾ ਹੈ।
ਮੈਂ ਝੋਨੇ ਦਾ ਜ਼ਿਕਰ ਕਰਾਂ ਕਿਉਂਕਿ ਹਾਲ ਹੀ ਦੇ ਵਿੱਚ ਮੰਡੀਆਂ 'ਚ ਝੋਨਾ ਪਹੁੰਚਿਆ ਸੀ 1880 ਰੁਪਏ ਦੇ ਕਰੀਬ ਇਸ ਵਾਰ ਝੋਨੇ ਦਾ MSP ਸੀ। ਤਾਂ MSP ਦਾ ਮਤਲਬ ਇਹੀ ਹੁੰਦਾ ਹੈ ਕਿ ਉਸ ਦੇ ਉੱਤੇ ਸਰਕਾਰ ਜਾਂ ਫਿਰ ਜੋ ਕੋਈ ਵੀ ਖਰੀਦਦਾ ਹੈ ਉਸ ਦੇ ਉੱਤੇ ਜਾ ਕੇ ਇੱਕ ਰੇਟ ਤੈਅ ਕਰ ਦਿੱਤਾ ਗਿਆ, ਉਸ ਦੇ ਉੱਤੇ ਫਸਲ ਖਰੀਦੀ ਜਾ ਸਕਦੀ ਹੈ। ਹੁਣ ਕਿਸਾਨਾਂ ਦਾ ਕੀ ਖਰਚਾ ਹੈ? ਦਰਅਸਲ ਸਰਕਾਰ ਨੇ ਇਸ ਨਵੇਂ ਕਾਨੂੰਨ ਦੇ ਜ਼ਰੀਏ ਇਹ ਕਰ ਦਿੱਤਾ ਕਿ ਕੋਈ ਵੀ ਕਿਸਾਨਾਂ ਦੀ ਫਸਲ ਖਰੀਦ ਸਕੇਗਾ। ਪੈਨ ਕਾਰਡ ਤੇ ਆਧਾਰ ਕਾਰਡ ਉਸ ਦੇ ਕੋਲ ਹੋਣਾ ਲਾਜ਼ਮੀ ਹੈ, ਯਾਨੀ ਕਿ ਜਿਵੇਂ ਆੜਤੀਏ ਨੂੰ ਕੋਈ ਲਾਇਸੈਂਸ ਲੈਣਾ ਜ਼ਰੂਰੀ ਹੁੰਦਾ ਹੈ, ਉਹ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ ਹੋਵੇਗੀ। ਕੋਈ ਵੀ ਤੁਸੀਂ ਵੀ ਜਾ ਕੇ ਜੇਕਰ ਤੁਹਾਡੇ ਕੋਲ ਪੈਨ ਕਾਰਡ ਤੇ ਆਧਾਰ ਕਾਰਡ ਹੈ ਤਾਂ ਉਸ ਦੇ ਜ਼ਰੀਏ ਤੁਸੀਂ ਖਰੀਦ ਕਰ ਸਕਦੇ ਹੋ ਨਵੇਂ ਕਾਨੂੰਨ ਦੇ ਤਹਿਤ। ਇਸ ਦਾ ਮਤਲਬ ਸਿੱਧਾ ਜਾਏ ਕਿ ਕਿਸੇ ਨੂੰ ਆੜਤੀਏ ਵਾਲਾ ਲਾਇਸੈਂਸ ਲੈਣ ਦੀ ਜ਼ਰੂਰਤ ਨਹੀਂ, ਕਿਸੇ ਨੂੰ ਫੜ ਅਲਾਟ ਕਰਵਾਉਣ ਦੀ ਮੰਡੀ ਦੇ ਵਿੱਚ ਜ਼ਰੂਰਤ ਨਹੀਂ, ਕਿਸੇ ਨੂੰ ਮੰਡੀ ਦੇ ਵਿੱਚ ਆਪਣਾ ਠੀਹਾ ਲਗਾਉਣ ਦੀ ਜ਼ਰੂਰਤ ਨਹੀਂ। ਉਹ ਕਿਸਾਨ ਦੇ ਘਰ ਜਾਵੇ ਤੇ ਕਵੇ ਕਿ ਠੀਕ ਆ ਤੁਹਾਡੇ ਕੋਲ ਕਿੰਨੇ ਕੁਇੰਟਲ ਝੋਨਾ ਜਾਂ ਕਣਕ ਹੈ, ਤੁਹਾਡੇ ਕੋਲ 100 ਕੁਇੰਟਲ ਹੈ ਮੈਂ ਖਰੀਦ ਰਿਹਾ, ਤਾਂ ਇਸ ਤਰੀਕੇ ਨਾਲ ਕਣਕ ਜਾਂ ਝੋਨਾ ਖਰੀਦਿਆ ਜਾ ਸਕੇਗਾ। ਤੇ ਸਰਕਾਰ ਕਹਿ ਰਹੀ ਹੈ ਕਿ ਇਸ ਦੇ ਨਾਲ ਕੰਪੀਟੀਸ਼ਨ ਵਧੇਗਾ ਕਿ ਸਿਰਫ ਆੜਤੀਏ ਨਹੀਂ ਹੋਰ ਪ੍ਰਾਈਵੇਟ ਪਲੇਅਰ ਆ ਜਾਣਗੇ, ਉਹ ਵੀ ਤੁਹਾਡੀ ਫਸਲ ਖਰੀਦਣਗੇ। ਇਹ ਬੜਾ ਬੇਸਿਕ ਇੱਕ ਰੂਲ ਹੁੰਦਾ ਹੈ ਕਿ ਜਦੋਂ ਖਰੀਦਦਾਰ ਜ਼ਿਆਦਾ ਹੋ ਜਾਣ, ਵੇਚਣ ਵਾਲੇ ਘੱਟ ਹੋਣ ਤਾਂ ਫਿਰ ਕੀਮਤ ਵਧੇਗੀ। ਇਹ ਬੜਾ ਬੇਸਿਕ ਚੀਜ਼ ਹੈਗੀ ਹੈ, ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਜੇ ਖਰੀਦਣ ਵਾਲੇ 10 ਨੇ ਤੇ ਵੇਚਣ ਵਾਲਾ 1 ਤਾਂ ਫਿਰ ਉਸ ਦੀ ਆਪਣੇ ਆਪ ਵੈਲਿਊ ਵੱਧ ਜਾਏਗੀ। ਇਹ ਸਰਕਾਰ ਦਾ ਤਰਕ ਹੈ। ਹੁਣ ਕਿਸਾਨ ਕੀ ਕਹਿੰਦੇ ਨੇ? ਕਿਸਾਨ ਕਹਿੰਦੇ ਨੇ ਕਿ 1 ਸਾਲ 2 ਸਾਲ ਇਹ ਚੀਜ਼ਾਂ ਰਹਿਣਗੀਆਂ ਕਿ ਸਾਡੇ ਕੋਲ ਕੋਈ ਘਰ ਆਏਗਾ ਕਿ ਤੁਹਾਡੇ ਅਸੀਂ ਫਸਲ ਖਰੀਦ ਰਹੇ ਹਾਂ ਤਾਂ ਉੱਥੋਂ ਫਸਲ ਖਰੀਦ ਕੇ ਲੈ ਜਾਏਗਾ ਤੇ ਮੰਡੀ ਦੇ ਵਿੱਚ ਫਸਲ ਨਹੀਂ ਪਹੁੰਚੇਗੀ ਤਾਂ ਹੌਲੀ ਹੌਲੀ ਆੜਤੀਏ ਸਾਲ 2 ਸਾਲ 3 ਸਾਲ ਦੇ ਵਿੱਚ ਆੜਤੀਏ ਖਤਮ ਹੋ ਜਾਣਗੇ, ਕਿਉਂਕਿ ਜਦੋਂ ਆੜਤੀਆਂ ਦੇ ਕੋਲ ਫਸਲ ਨਹੀਂ ਪਹੁੰਚੇਗੀ ਤਾਂ ਉਹਨਾਂ ਨੂੰ ਆਪਣਾ ਰੋਜ਼ਗਾਰ ਕੁਝ ਹੋਰ ਸੋਚਣਾ ਹੀ ਪਵੇਗਾ। ਇਹ ਕਿਸਾਨਾਂ ਦਾ ਤਰਕ ਹੈ। ਤੇ ਜੇਕਰ ਮੰਡੀ ਦੇ ਵਿੱਚ ਆੜਤੀਏ ਨਹੀਂ ਤਾਂ ਫਿਰ ਮੰਡੀ ਨਹੀਂ, ਪੂਰਾ ਮੰਡੀ ਸਿਸਟਮ ਖਤਮ ਹੋ ਜਾਏਗਾ। ਤੇ ਜਦੋਂ 2-3-4 ਸਾਲ ਦੇ ਵਿੱਚ ਇਹ ਕਿਸਾਨ ਖਦਸ਼ਾ ਜਤਾ ਰਹੇ ਨੇ ਕਿ 2-3-4 ਸਾਲ ਦੇ ਵਿੱਚ ਜਦੋਂ ਮੰਡੀ ਸਿਸਟਮ ਖਤਮ ਹੋ ਗਿਆ, ਆੜਤੀਏ ਖਤਮ ਹੋ ਗਏ ਤਾਂ ਫਿਰ ਕਿਸਾਨਾਂ ਦੇ ਕੋਲ ਬਦਲ ਕੀ ਹੈ? ਕਿਸਾਨਾਂ ਨੂੰ ਉਹਨਾਂ ਨੂੰ ਹੀ ਫਸਲ ਵੇਚਣੀ ਹੋਏਗੀ ਜੋ ਉਹਨਾਂ ਦੇ ਘਰ ਤੋਂ ਆ ਕੇ ਖਰੀਦਦੇ ਨੇ, ਤਾਂ ਫਿਰ ਕੰਮ ਪੁੱਠਾ ਹੋ ਜਾਏਗਾ। ਫਿਰ ਪੁੱਠਾ ਇਸ ਤਰੀਕੇ ਨਾਲ ਹੋਏਗਾ ਕਿ ਜਿਹੜਾ ਪ੍ਰਾਈਵੇਟ ਪਲੇਅਰ ਹੈ ਉਹ ਘਟ ਜਾਣਗੇ ਤੇ ਦੂਜੇ ਪਾਸੇ ਕਿਸਾਨਾਂ ਦੇ ਕੋਲ ਫਸਲ ਵੱਧ ਜਾਏਗੀ। ਕਿਸਾਨਾਂ ਨੂੰ ਖਦਸ਼ਾ ਕਿ ਫਿਰ ਪ੍ਰਾਈਵੇਟ ਪਲੇਅਰ, ਕਿਉਂਕਿ ਉਹਨਾਂ ਦੇ ਕੋਲ ਮੰਡੀ 'ਚ ਜਾ ਕੇ ਜਾਂ ਸਰਕਾਰੀ ਖਰੀਦ ਵਾਲਾ ਕੋਈ ਆਪਸ਼ਨ ਨਹੀਂ ਰਹੇਗਾ, ਤਾਂ ਫਿਰ ਪ੍ਰਾਈਵੇਟ ਪਲੇਅਰ ਆਪਣੀ ਮਨਮਰਜ਼ੀਆਂ ਕਰਨਗੇ। ਉਹ ਕਹਿਣਗੇ ਕਿ ਤੁਹਾਡੀ ਫਸਲ ਜੇ 1900 ਰੁਪਏ MSP ਹੈ ਤਾਂ ਅਸੀਂ ਤਾਂ 1500 ਰੁਪਏ ਖਰੀਦਣੀ ਹੈ, ਅਸੀਂ 1200 ਰੁਪਏ ਖਰੀਦਣੀ ਹੈ। ਤਾਂ ਕਿਸਾਨ ਕੋਲ ਕੋਈ ਬਦਲ ਨਹੀਂ ਹੋਏਗਾ, ਉਹ ਮੰਡੀ ਜਾ ਨਹੀਂ ਸਕਦਾ, ਘਰ ਆਪਣੀ ਫਸਲ ਰੱਖ ਨਹੀਂ ਸਕਦਾ। ਕਿੰਨੀ ਕੁ ਫਸਲ ਘਰ ਰੱਖ ਲੇਗਾ ਤਾਂ ਉਸ ਤੋਂ ਬਾਅਦ ਉਹਦੇ ਕੋਲ ਕੋਈ ਆਪਸ਼ਨ ਨਹੀਂ ਹੋਏਗਾ, ਇਸ ਕਰਕੇ ਉਹਨੂੰ MSP ਤੋਂ ਹੇਠਾਂ ਵੇਚਣੀ ਪੈ ਸਕਦੀ ਹੈ। ਇਹ ਖਦਸ਼ੇ ਨੇ, ਮੈਂ ਬਹੁਤ ਕਲੀਅਰ ਕਰ ਰਿਹਾ ਕਿ ਸਰਕਾਰ ਆਪਣਾ ਤਰਕ ਦੇ ਰਹੀ ਹੈ, ਕਿਸਾਨ ਆਪਣਾ ਤਰਕ ਦੇ ਰਹੇ ਨੇ। ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਹੈ ਕਿ ਆਖਿਰ ਪੂਰਾ ਮਾਮਲਾ ਹੈ ਕੀ। ਤਾਂ ਜੇਕਰ ਮੰਡੀਆਂ ਖਤਮ ਹੋ ਜਾਂਦੀਆਂ ਨੇ, ਕਿਸਾਨ ਕਹਿ ਰਹੇ ਨੇ, ਤਾਂ ਫਿਰ ਸਾਡੇ ਹੱਥ ਰਹੇਗਾ ਕੁਝ ਨਹੀਂ। ਤਾਂ ਜਿਵੇਂ ਅੱਜ UP ਦੇ ਵਿੱਚ, ਬਿਹਾਰ ਦੇ ਵਿੱਚ ਝੋਨਾ 1000 ਰੁਪਏ 1100 ਰੁਪਏ 900 ਰੁਪਏ 1200 ਰੁਪਏ ਇਸ ਤਰੀਕੇ ਨਾਲ ਵਿਕ ਰਿਹਾ ਹੈ ਤੇ ਪੰਜਾਬ ਲਿਆ ਕੇ ਉਹਨੂੰ ਵੇਚਿਆ ਜਾਂਦਾ ਹੈ, ਤਾਂ ਇਸ ਤਰੀਕੇ ਦੇ ਨਾਲ ਹੀ ਪੰਜਾਬ ਦੇ ਵਿੱਚ ਵੀ ਫਸਲਾਂ ਦਾ ਉਹ ਹਾਲ ਹੋ ਜਾਏਗਾ ਤੇ ਕਿਸਾਨਾਂ ਨੂੰ ਉਹਨਾਂ ਦਾ ਵਾਜਿਬ ਮੁੱਲ ਨਹੀਂ ਮਿਲੇਗਾ। ਤਾਂ ਉਸ ਤੋਂ ਬਾਅਦ ਬਹੁਤ ਜ਼ਿਆਦਾ ਦਿੱਕਤ ਹੋ ਜਾਏਗੀ। ਇੱਕ ਬਹੁਤ ਵੱਡਾ ਪੁਆਇੰਟ ਹੈ ਸਰਕਾਰੀ ਖਰੀਦ ਦਾ, ਮੈਂ ਤੁਹਾਨੂੰ ਜੋ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਸਭ ਤੋਂ ਵੱਡਾ ਰੇੜਕਾ ਇਸੇ ਦੇ ਉੱਤੇ ਬਣਿਆ ਹੋਇਆ ਕਿ ਸਰਕਾਰੀ ਖਰੀਦ ਜੇ ਬੰਦ ਹੋਏਗੀ ਤਾਂ ਫਿਰ ਦਿੱਕਤ ਹੋ ਸਕਦੀ ਹੈ, ਕਿਉਂਕਿ MSP ਨੂੰ ਲੈ ਕੇ ਪੋਲੀਟੀਕਲ ਪਾਰਟੀਆਂ ਜੋ BJP ਦੇ ਵਿਰੋਧ ਦੇ ਵਿੱਚ ਖੜੀਆਂ ਨੇ, ਉਹ ਕਾਂਗਰਸ, ਆਮ ਆਦਮੀ ਪਾਰਟੀ, ਅਕਾਲੀ ਦਲ ਜਾਂ ਹੋਰ ਜਿਹੜੀਆਂ ਪਾਰਟੀਆਂ ਨੇ, ਮੈਂ ਪੰਜਾਬ ਦਾ ਜ਼ਿਕਰ ਕਰ ਰਿਹਾ, ਤਾਂ ਉਹ ਪਾਰਟੀਆਂ ਵੀ ਕਹਿੰਦੀਆਂ ਨੇ ਕਿ ਸਾਨੂੰ ਦਿਖ ਰਿਹਾ ਕਿ ਸਰਕਾਰ MSP ਖਤਮ ਨਹੀਂ ਕਰੇਗੀ, ਪਰ MSP ਦੇ ਉੱਤੇ ਖਰੀਦ ਯਕੀਨੀ ਨਹੀਂ ਰਹੇਗੀ। ਇਹੀ ਸਭ ਨਾਲੋਂ ਵੱਡਾ ਇਸ ਪੂਰੇ ਮਾਮਲੇ ਦੇ ਵਿੱਚ ਪੇਚ ਹੈ। ਇੱਥੇ ਇਹ ਵੀ ਦੱਸਣਾ ਜ਼ਰੂਰੀ ਹੈ ਕਿ ਕਣਕ ਅਤੇ ਝੋਨੇ ਦੀ ਸਰਕਾਰੀ ਖਰੀਦ ਹੁੰਦੀ ਹੈ ਪੰਜਾਬ ਦੇ ਵਿੱਚ, ਹਰਿਆਣਾ ਦੇ ਵਿੱਚ, UP ਦਾ ਥੋੜਾ ਜਿਹਾ ਹਿੱਸਾ ਹੈ। ਤਾਂ ਬਾਕੀ ਫਸਲਾਂ, ਕਿਉਂਕਿ 22 ਤੋਂ 23 ਫਸਲਾਂ ਹੈਗੀਆਂ ਨੇ ਜਿਨ੍ਹਾਂ ਦਾ MSP ਤੈਅ ਕੀਤਾ ਜਾਂਦਾ ਹੈ, ਉਹਨਾਂ ਦੇ ਵਿੱਚ ਸਰੋਂ ਵੀ ਹੈ, ਉਹਨਾਂ ਦੇ ਵਿੱਚ ਨਰਮਾ ਵੀ ਹੈ, ਉਹਨਾਂ ਦੇ ਵਿੱਚ ਦਾਲਾਂ ਵੀ ਨੇ, ਉਹਨਾਂ ਦੇ ਵਿੱਚ ਮੱਕੀ ਵੀ ਹੈ। ਤਾਂ ਇਹੀ ਇਸ ਸਮੇਂ ਖਦਸ਼ਾ ਹੈ ਕਿ ਜਦੋਂ ਮੱਕੀ ਦਾ ਰੇਟ 1800-1850 ਰੁਪਏ ਤੁਸੀਂ ਤੈਅ ਕਰ ਦਿੱਤਾ, ਸ਼ਾਇਦ 1750 ਰੁਪਏ ਹੈ, ਤਾਂ ਉਸ ਤੋਂ ਬਾਅਦ ਉਹ ਵਿਕਦਾ ਕਿੰਨੇ ਤੇ ਹੈ? 1000 ਰੁਪਏ ਦੇ ਉੱਤੇ ਜਾਂ ਫਿਰ 1100 ਦੇ ਉੱਤੇ। ਇਸ ਤਰੀਕੇ ਨਾਲ ਮੱਕੀ ਵਿਕਦੀ ਹੈ ਤਾਂ MSP ਦਾ ਕੋਈ ਫਾਇਦਾ ਨਹੀਂ, ਬੇਸ਼ੱਕ ਸਰਕਾਰ MSP ਲੈ ਕੇ ਆਉਂਦੀ ਹੈ। ਇਸੇ ਤਰ੍ਹਾਂ ਨਰਮੇ ਦਾ ਜਿਹੜਾ ਸਰਕਾਰੀ ਰੇਟ ਹੈ MSP ਜਿਹੜਾ ਹੈਗਾ ਉਹ 57-5800 ਰੁਪਏ ਦੇ ਨੇੜੇ ਹੈ। ਤੇ ਮੰਡੀਆਂ 'ਚ ਜਾ ਕੇ ਤੁਸੀਂ ਮਾਲਵੇ 'ਚ ਦੇਖੋ, ਬਠਿੰਡਾ, ਅਬੋਹਰ, ਇਹ ਪੂਰੀ ਮੰਡੀਆਂ ਦੇ ਵਿੱਚ ਜਿੱਥੇ ਨਰਮੇ ਦਾ ਪੂਰਾ ਗੜ ਮੰਨਿਆ ਜਾਂਦਾ ਹੈ, ਮਾਲਵਾ ਪੰਜਾਬ ਦੇ ਵਿੱਚ ਨਰਮੇ ਦੀ ਬੈਲਟ ਉਸ ਨੂੰ ਕਿਹਾ ਜਾਂਦਾ ਹੈ, ਉੱਥੇ ਨਰਮਾ 5700 ਨਹੀਂ ਵਿਕਦਾ, MSP ਦੇ ਉੱਤੇ ਨਹੀਂ ਵਿਕਦਾ, ਬਲਕਿ 4500 4600 4000 ਵੀ ਵਿਕ ਜਾਂਦਾ ਹੈ, ਕਦੇ 4200 ਵੀ ਵਿਕ ਜਾਂਦਾ ਹੈ। ਤਾਂ ਉਹ ਲੱਗੀ ਲਾਈ ਜਿਹੜੀ ਆਪਾਂ ਇੱਕ ਸ਼ਬਦ ਦਾ ਇਸਤੇਮਾਲ ਕਰਦੇ ਹਾਂ
ਤਾਂ ਉਸ ਤਰੀਕੇ ਦੇ ਨਾਲ ਉੱਥੇ ਘੱਟ ਰੇਟ ਮਿਲ ਰਿਹਾ ਹੈ। ਇਹੀ ਖਰਚਾ ਹੈ ਕਿਸਾਨਾਂ ਦਾ, ਇਹੀ ਖਰਚਾ ਹੈ ਕਿ ਅੱਜ ਤੁਸੀਂ 22-23 ਫਸਲਾਂ ਦਾ MSP ਤੈਅ ਕੀਤਾ ਹੈ, ਪਰ ਤੁਸੀਂ ਉਹਨਾਂ ਦੇ ਵਿੱਚੋਂ ਸਿਰਫ 2 ਫਸਲਾਂ ਦੇ ਉੱਤੇ MSP ਦਿੰਦੇ ਹੋ। ਤੁਸੀਂ ਕਣਕ ਤੇ ਝੋਨੇ ਦੇ ਉੱਤੇ MSP ਸਾਨੂੰ ਦਿੰਦੇ ਹੋ, ਤੇ ਜੇਕਰ ਉਹ ਵੀ ਨਾ ਰਿਹਾ ਤਾਂ ਫਿਰ ਕਿਸਾਨ ਕਰੇਗਾ ਕੀ? ਇਸ ਕਰਕੇ ਅਸੀਂ ਕੁਝ ਸਵਾਲ ਚੁੱਕ ਰਹੇ ਹਾਂ, ਨਿਊਜ਼ 18 ਨਾਲ ਸਵਾਲ ਚੁੱਕ ਰਹੇ ਹਾਂ, ਇਹਨਾਂ ਦੇ ਉੱਤੇ ਹੀ ਗੱਲਬਾਤ ਚਰਚਾ ਹੋ ਰਹੀ ਹੈ ਤੇ ਇਹਨਾਂ ਦੇ ਹੀ ਜਵਾਬ ਹਰ ਕੋਈ ਲੈਣ ਦੀ ਕੋਸ਼ਿਸ਼ ਕਰ ਰਿਹਾ। ਹਰ ਕਿਸੇ ਦੇ ਜ਼ਿਹਨ ਦੇ ਵਿੱਚ ਇਹੀ ਸਵਾਲ ਨੇ। ਸਵਾਲ ਇੱਕ ਕਰਕੇ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆ ਰਹੇ ਨੇ। ਸਵਾਲ ਹੈ ਕਿ ਕਾਨੂੰਨਾਂ ਦੇ ਵਿੱਚ ਸੋਧ ਕਰਨ ਦੇ ਉੱਤੇ ਕੀ ਕਿਸਾਨ ਰਾਜ਼ੀ ਹੋ ਜਾਣਗੇ, ਹੋ ਸਕਦੇ ਨੇ, ਜਿਸ ਦੀ ਉਮੀਦ ਬਹੁਤ ਘੱਟ ਨਜ਼ਰ ਆ ਰਹੀ ਹੈ। ਦੂਜਾ ਸਵਾਲ ਇਹ ਵੀ ਹੈ ਕਿ ਕੇਂਦਰ ਦੀ ਸਰਕਾਰ ਕੋਈ ਵਿਚਾਲੇ ਦਾ ਰਾਹ ਕੱਢ ਸਕੇਗੀ, ਇਹਦੀ ਵੀ ਉਮੀਦ ਘੱਟ ਇਸ ਕਰਕੇ ਨਜ਼ਰ ਆਉਂਦੀ ਹੈ ਕਿਉਂਕਿ ਜੇਕਰ ਬਦਲਾਅ ਦੇ ਉੱਤੇ ਕਿਸਾਨ ਰਾਜ਼ੀ ਨਹੀਂ ਹੁੰਦੇ ਤਾਂ ਫਿਰ ਕਿਵੇਂ ਵਿਚਾਲੇ ਦਾ ਕੋਈ ਰਾਹ ਨਿਕਲੇਗਾ। ਪਰ ਫਿਰ ਵੀ ਉਮੀਦ ਹੈ ਕਿ ਕੋਈ ਨਾ ਕੋਈ ਰਾਹ ਜ਼ਰੂਰ ਨਿਕਲੇ। ਤਾਂ 5 ਦਸੰਬਰ ਦੀ ਪੰਚਾਇਤ ਕੀ ਫੈਸਲਾ ਕੌਣ ਸਾਬਤ ਹੋਵੇਗੀ, ਤਾਂ ਕਿ ਅੱਜ ਦੀ ਇਹ ਮੁਲਾਕਾਤ ਜਿਹੜੀ ਜਾਰੀ ਹੈ, ਇਹ ਉਮੀਦ ਰੱਖ ਕੇ ਚੱਲੀਏ ਕਿ ਅੱਜ ਦੀ ਮੁਲਾਕਾਤ ਬਸ ਫਾਈਨਲ ਹੈ, ਇੱਥੇ ਸਭ ਕੁਝ ਜ਼ਰੂਰ ਤੈਅ ਹੋ ਜਾਏਗਾ। ਉਮੀਦ ਜ਼ਰੂਰ ਕਰਾਂਗੇ MSP ਦੀ ਲਿਖਤ ਗਾਰੰਟੀ ਦੇ ਨਾਲ, ਜੋ ਸਰਕਾਰ ਕਹਿ ਰਹੀ ਹੈ ਕਿ ਅਸੀਂ ਇਹ ਲਿਖਤ ਗਾਰੰਟੀ ਦੇ ਰਹੇ ਹਾਂ ਕਿ ਕਿਸਾਨ ਇਸ ਦੇ ਉੱਤੇ ਮੰਨਣਗੇ। ਦੇਖੋ, ਇਹ ਲਗਾਤਾਰ ਮੈਂ ਇਸੇ ਕਰਕੇ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਕਿ MSP ਦੀ ਗਾਰੰਟੀ ਤੇ ਸਰਕਾਰੀ ਖਰੀਦ ਦੀ ਗਾਰੰਟੀ ਦੋਵੇਂ ਚੀਜ਼ਾਂ ਬਹੁਤ ਅਲੱਗ-ਅਲੱਗ ਨੇ। ਇਸ ਨੂੰ ਸਰਕਾਰ ਵੀ ਸਮਝ ਰਹੀ ਹੈ ਤੇ ਕਿਸਾਨ ਵੀ ਸਮਝ ਰਹੇ ਨੇ। MSP ਦੀ ਲਿਖਤ ਗਾਰੰਟੀ ਜੇਕਰ ਸਰਕਾਰ ਨੇ ਦੇ ਦਿੱਤੀ ਕਿ ਠੀਕ ਹੈ, ਅਸੀਂ ਹਰ ਸਾਲ ਜਿਵੇਂ MSP ਤੈਅ ਕਰਦੇ ਹਾਂ ਕਣਕ ਦਾ, ਝੋਨੇ ਦਾ, ਮੱਕੀ ਦਾ, ਨਰਮੇ ਦਾ, ਸਰੋਂ ਦਾ, ਦਾਲਾਂ ਦਾ ਜਾਂ ਹੋਰ ਫਸਲਾਂ ਦਾ, ਬਾਜਰੇ ਦਾ, ਉਹ ਅੱਗੇ ਵੀ ਅਸੀਂ ਤੈਅ ਕਰਦੇ ਰਹਾਂਗੇ। ਇਹ ਲਿਖਤੀ ਤੌਰ ਦੇ ਉੱਤੇ ਅਸੀਂ ਤੁਹਾਨੂੰ ਦਿੰਦੇ ਹਾਂ। ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਸਰਕਾਰ ਸਰਕਾਰੀ ਖਰੀਦ ਵੀ ਕਰੇਗੀ। ਇਹ ਕਿਸਾਨ ਵੀ ਸਮਝਦੇ ਨੇ ਕਿਉਂਕਿ MSP ਤਾਂ ਇਸ ਸਮੇਂ ਵੀ ਹੈ। MSP ਕਣਕ ਦਾ, ਝੋਨੇ ਦਾ ਤਾਂ ਹੈ ਜਿੱਥੇ ਸਰਕਾਰੀ ਖਰੀਦ ਹੁੰਦੀ ਹੈ, ਪਰ ਦੂਜੇ ਪਾਸੇ ਮੱਕੀ ਦਾ ਜਾਂ ਸਰੋਂ ਦਾ ਜਾਂ ਨਰਮੇ ਦਾ ਜਾਂ ਹੋਰ ਜਿਹੜੀਆਂ ਫਸਲਾਂ ਹੈਗੀਆਂ ਨੇ ਉਹਨਾਂ ਦਾ MSP ਹੈ, ਪਰ ਖਰੀਦ MSP ਦੇ ਉੱਤੇ ਨਹੀਂ ਹੁੰਦੀ। ਇਸ ਕਰਕੇ MSP ਲਿਖਤੀ ਤੌਰ ਤੇ ਗਾਰੰਟੀ ਦੇਣ ਦੇ ਨਾਲ ਲੱਗ ਨਹੀਂ ਰਿਹਾ ਕਿ ਕਿਸਾਨ ਮੰਨਣਗੇ। ਗੱਲਬਾਤ ਸਿਰੇ ਨਾ ਚੜਨ ਦੇ ਉੱਤੇ ਕਿਸਾਨਾਂ ਦੀ ਅੱਗੇ ਦੀ ਰਣਨੀਤੀ ਕੀ ਹੋਵੇਗੀ, ਬਹੁਤ ਅਹਿਮ ਹੈ। ਇਹ ਸਭ ਤੋਂ ਵੱਡਾ ਸਵਾਲ ਅੱਜ ਦਾ ਇਹੀ ਹੈ ਕਿ ਜੇਕਰ ਅੱਜ ਗੱਲਬਾਤ ਸਿਰੇ ਨਹੀਂ ਚੜਦੀ ਤਾਂ ਕੀ ਕਿਸਾਨ ਦਿੱਲੀ ਵਾਲੇ ਬਾਰਡਰ ਦੇ ਉੱਤੇ ਡਟੇ ਰਹਿਣਗੇ ਜਾਂ ਫਿਰ ਦਿੱਲੀ ਅੰਦਰ ਕੂਚ ਕਰਨਾ ਸ਼ੁਰੂ ਕਰ ਦਿੰਦੇ ਨੇ। ਕੁਝ ਜਥੇਬੰਦੀਆਂ ਨੇ ਐਲਾਨ ਕੀਤਾ ਸੀ ਕਿ ਜੇਕਰ ਇਹ ਨਹੀਂ ਹੁੰਦਾ ਤਾਂ ਫਿਰ ਅਸੀਂ ਅੱਗੇ ਦੀ ਰਣਨੀਤੀ ਉਲੀਕ ਰਹੇ ਹਾਂ। ਅਸੀਂ ਅੱਗੇ ਵੀ ਵਧਾਂਗੇ ਤਾਂ ਕੀ ਪਾਰਲੀਮੈਂਟ ਦੇ ਵੱਲ ਵੱਧ ਜਾਣਗੇ। ਕਿ ਤੁਸੀਂ ਇਹ ਵੀ ਸੋਚ ਕੇ ਦੇਖੋ ਕਿ ਜੇਕਰ ਇਸ ਸਮੇਂ ਬਾਰਡਰ ਦੇ ਉੱਤੇ ਨੇ 20 ਕਿਲੋਮੀਟਰ ਦਾ ਏਰੀਆ, ਤੁਸੀਂ ਕਹਿ ਸਕਦੇ ਹੋ ਕਿ ਇਸ ਸਮੇਂ ਜਾਮ ਹੈ। ਦਿੱਲੀ ਅੰਦਰ ਚੱਲ ਰਹੀ ਹੈ, ਦਿੱਲੀ ਦੇ ਲੋਕ ਆ ਜਾ ਰਹੇ ਨੇ, ਦਿੱਲੀ ਦੇ ਅੰਦਰ ਕੋਈ ਦਿੱਕਤ ਨਹੀਂ ਇਸ ਸਮੇਂ। ਇਹ ਪੁਆਇੰਟ ਹੈ, ਸਮਝਣ ਦੀ ਜ਼ਰੂਰਤ ਹੈ ਕਿ ਇਸ ਸਮੇਂ ਸਥਿਤੀ ਕੀ ਹੈ। ਦੂਜੇ ਪਾਸੇ ਹਰਿਆਣਾ ਦੇ ਅੰਦਰ ਇਸ ਸਮੇਂ ਮੂਵਮੈਂਟ ਜਾਰੀ ਹੈ, ਕੋਈ ਦਿੱਕਤ ਉੱਥੇ ਨਹੀਂ ਹੈ। ਤਾਂ ਜੇਕਰ ਕਿਸਾਨ ਅੱਗੇ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ, 8-10 ਕਿਲੋਮੀਟਰ ਦਾ ਪੂਰਾ ਕਾਫਿਲਾ ਹੈ ਸਿੰਘੂ ਬਾਰਡਰ ਤੇ ਜਾਂ ਫਿਰ ਟਿਕਰੀ ਬਾਰਡਰ ਦੇ ਉੱਤੇ, ਜੇਕਰ ਦਿੱਲੀ ਦੇ ਵੱਲ ਅੰਦਰ ਦਿੱਲੀ ਚ ਕੂਚ ਕਰਨਾ ਸ਼ੁਰੂ ਕਰ ਦਿੰਦੇ ਨੇ, ਜੇਕਰ ਇਹ ਤਸਵੀਰਾਂ ਵੀ ਦੇਖ ਲਓ, ਮੈਂ ਨਾਲ ਚਰਚਾ ਕਰ ਰਹੇ ਹਾਂ, ਪੰਕਜ ਨਾਲ ਵੀ ਗੱਲਬਾਤ ਕਰਾਂਗੇ। ਅੰਦਰ ਦੀਆਂ ਤਸਵੀਰਾਂ ਨੇ, ਵਿਗਿਆਨ ਭਵਨ ਦੀਆਂ। ਇਸ ਸਮੇਂ ਲੰਗਰ ਵਰਤਾਇਆ ਜਾ ਰਿਹਾ ਹੈ। ਲੰਗਰ ਜਿਹੜਾ ਅੰਦਰ ਪਹੁੰਚਿਆ ਸੀ, ਦੇਖੋ ਟੀਨ ਜਿਹੜੇ ਪੀਪੇ ਅਸੀਂ ਕਹਿੰਦੇ ਆ, ਪੀਪਿਆਂ ਦੇ ਵਿੱਚ ਸਬਜ਼ੀਆਂ, ਪੀਪਿਆਂ ਦੇ ਵਿੱਚ ਲੈ ਕੇ ਸਮਾਨ ਕਿਸਾਨ ਪਹੁੰਚੇ ਨੇ। ਉਸ ਸਮੇਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ। ਅੰਦਰ ਲੰਗਰ ਵਰਤਾਇਆ ਜਾ ਰਿਹਾ, ਤਾਂ ਜਿਹੜੀ ਛੋਟੀ ਜਿਹੀ ਬ੍ਰੇਕ ਲਈ ਸੀ ਉਸ ਸਮੇਂ ਦੀਆਂ ਤਸਵੀਰਾਂ ਸਾਡੇ ਤੱਕ ਪਹੁੰਚ ਰਹੀਆਂ ਨੇ। ਮੈਂ ਜ਼ਿਕਰ ਕਰ ਰਿਹਾ ਸੀ, ਮੈਂ ਪੰਕਜ ਦਾ ਰੁਖ ਕਰਾਂਗਾ, ਮੈਂ ਇੱਕ ਵਾਰ ਜ਼ਰੂਰ ਜ਼ਿਕਰ ਕਰ ਦਵਾਂ ਜੋ ਮੈਂ ਜ਼ਿਕਰ ਕਰ ਰਿਹਾ ਸੀ ਕਿ ਦੇਖੋ ਦਿੱਕਤ ਬਹੁਤ ਹੋ ਸਕਦੀ ਹੈ ਜੇਕਰ ਕਿਸਾਨ ਅੰਦਰ ਮੂਵ ਕਰਨਾ ਸ਼ੁਰੂ ਕਰ ਦਿੰਦੇ ਨੇ। ਜੇਕਰ ਜਾ ਕੇ ਇੰਡੀਆ ਗੇਟ ਜਾਂ ਪਾਰਲੀਮੈਂਟ ਦੇ ਨੇੜੇ ਉਹ ਪੂਰਾ VVIP ਇਲਾਕਾ, ਉੱਥੇ ਜਾ ਕੇ ਟਰਾਲੀਆਂ ਦੇ ਨਾਲ ਕਿਸਾਨ ਬੈਠ ਗਏ ਤਾਂ ਫਿਰ ਸਮਝੋ ਕਿ ਪੂਰਾ ਦਿੱਲੀ ਜਾਮ ਹੋ ਗਿਆ। ਇਹ ਬਹੁਤ ਵੱਡੀ ਗੱਲ ਹੋਏਗੀ। ਤਾਂ ਸਰਕਾਰ ਉਸ ਚੀਜ਼ ਨੂੰ ਵੀ ਸਮਝ ਰਹੀ ਹੈ, ਸਰਕਾਰ ਨੂੰ ਵੀ ਹਰ ਚੀਜ਼ ਸਮਝ ਆਉਂਦੀ ਹੈ। ਇਹ ਸਾਨੂੰ ਵੀ ਪਤਾ ਕਿ ਸਰਕਾਰਾਂ ਜਿਹੜੀਆਂ ਹੈਗੀਆਂ ਨੇ ਗੱਲਬਾਤ ਜਦੋਂ ਕਰਦੀਆਂ ਨੇ ਉਹ ਵੀ ਅੱਗੇ ਦਾ ਸੋਚ ਰਹੀਆਂ ਹੋਣਗੀਆਂ ਕਿ ਜੇ ਅੱਜ ਗੱਲਬਾਤ ਨਾ ਸਿਰੇ ਚੜੀ, ਅਸੀਂ ਕਾਨੂੰਨ ਵਾਪਸ ਨਾ ਲਏ ਤਾਂ ਫਿਰ ਕੀ। ਤਾਂ ਜੇਕਰ ਕਿਸਾਨ ਅੰਦਰ ਆ ਗਏ, ਪਾਰਲੀਮੈਂਟ ਦੇ ਨੇੜੇ ਪਹੁੰਚ ਕੇ 8-10 ਕਿਲੋਮੀਟਰ ਦਾ ਕਾਫਲਾ ਦੋਵੇਂ ਪਾਸੇ ਤੋਂ ਚੱਲਿਆ ਤਾਂ ਦਿੱਲੀ ਦੇ ਅੰਦਰ ਪਹੁੰਚ ਕੇ ਦਿੱਲੀ ਜਾਮ ਹੈ, ਦਿੱਲੀ ਜਾਮ ਹੋ ਜਾਏਗੀ। ਜਿਹੜੇ ਦਿੱਲੀ ਦੇ ਵਿੱਚ ਰਹੇ ਨੇ ਜਾਂ ਦਿੱਲੀ ਦੇ ਵਿੱਚ ਰਹਿੰਦੇ ਨੇ ਜਾਂ ਦਿੱਲੀ ਦੇ ਵਿੱਚ ਗਏ ਨੇ, ਉਹ ਇਸ ਚੀਜ਼ ਨੂੰ ਬਖੂਬੀ ਸਮਝਦੇ ਨੇ। ਦੇਖੋ 26 ਜਨਵਰੀ ਦਾ ਦਿਨ ਹੁੰਦਾ ਜਾਂ 15 ਅਗਸਤ ਦਾ ਦਿਨ ਹੁੰਦਾ, ਦੀਵਾਲੀ ਦੁਸ਼ਹਿਰੇ ਦਾ ਦਿਨ ਹੁੰਦਾ ਜਾਂ ਕੋਈ ਹੋਰ ਫੈਸਟੀਵਲ ਦਾ, ਮੈਂ ਨਵੇਂ ਸਾਲ ਦਾ ਹੀ ਜ਼ਿਕਰ ਕਰਦਾ, ਨੇੜੇ ਆ ਰਹੀ ਹੈ, ਕ੍ਰਿਸਮਸ ਨੇੜੇ ਆ ਰਹੀ ਹੈ, ਤਾਂ ਦਿੱਲੀ ਇੰਡੀਆ ਗੇਟ ਦੇ ਉੱਤੇ ਜਾਂ ਕਨੌਟ ਪਲੇਸ ਦੇ ਵਿੱਚ ਇੰਨੀ ਜ਼ਬਰਦਸਤ ਭੀੜ ਹੁੰਦੀ ਹੈ ਕਿ ਉਹ ਪੂਰੇ ਸਰਕਲ ਬਲੌਕ ਹੋ ਜਾਂਦੇ ਨੇ ਕਿ ਜੇਕਰ ਤੁਸੀਂ ਇੱਕ ਵਾਰ ਇੰਡੀਆ ਗੇਟ ਦੇ ਸਰਕਲ ਦੇ ਵਿੱਚ ਵੜ ਗਏ ਤਾਂ ਹੋ ਸਕਦਾ ਕਿ ਤੁਸੀਂ 2 ਘੰਟੇ ਉੱਥੋਂ ਨਿਕਲ ਨਾ ਸਕੋ। ਇਹ ਆਮ ਦਿਨਾਂ ਦੀ ਹੁੰਦੀ ਹੈ ਜਦੋਂ ਦਿੱਲੀ ਵਾਲੇ ਬਾਹਰ ਨਿਕਲਦੇ ਨੇ ਕ੍ਰਿਸਮਸ ਦੇ ਉੱਤੇ ਜਾਂ ਨਵੇਂ ਸਾਲ ਦੇ ਮੌਕੇ ਉੱਤੇ, ਕਿਉਂਕਿ ਅੱਗੇ ਹੋਰ ਦਿਨਾਂ ਦੇ ਵਿੱਚ ਆਉਣ ਵਾਲੇ ਨੇ।
ਇਸ ਕਰਕੇ ਮੈਂ ਕਹਿ ਰਿਹਾ ਕਿ ਜੇਕਰ ਕਿਸਾਨ ਅੰਦਰ ਚਲੇ ਜਾਂਦੇ ਨੇ, ਪਾਰਲੀਮੈਂਟ ਦਾ ਰੁਖ ਕਰਦੇ ਨੇ, ਤਾਂ ਦਿੱਕਤਾਂ ਉਹ ਵੀ ਆ ਸਕਦੀਆਂ ਨੇ ਤੇ ਸਰਕਾਰ ਬਖੂਬੀ ਇਸ ਚੀਜ਼ ਨੂੰ ਸਮਝ ਵੀ ਰਹੀ ਹੈ। ਲੰਗਰ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ, ਲੰਗਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ। ਵਿਗਿਆਨ ਭਵਨ ਦੇ ਅੰਦਰ ਕਿਸਾਨ ਜਥੇਬੰਦੀਆਂ ਦੇ ਨੁਮਾਇੰਦੇ ਲੰਗਰ ਵਰਤਾ ਰਹੇ ਨੇ, ਕਿਸਾਨ ਆਗੂ ਖਾ ਰਹੇ ਨੇ, ਭੁੱਜੇ ਬੈਠ ਕੇ ਹੀ ਫਿਰ ਲੰਗਰ ਚੱਲਦਾ ਹੈ। ਜਿਵੇਂ ਅਸੀਂ ਰਿਵਾਇਤ ਹੈ ਲੰਗਰ ਦੀ, ਤਾਂ ਆਮ ਤੌਰ ਤੇ ਕਿ ਤੁਸੀਂ ਲੰਗਰ ਲਵੋ, ਕਿਸਾਨ ਆਗੂ ਤੁਹਾਨੂੰ ਨਜ਼ਰ ਆ ਰਹੇ ਹੋਣਗੇ। ਵੱਖ-ਵੱਖ ਜਥੇਬੰਦੀਆਂ ਦੇ ਤਕਰੀਬਨ 40 ਜਥੇਬੰਦੀਆਂ ਦੇ ਆਗੂ ਹੈਗੇ ਨੇ। ਮੈਂ ਪੰਕਜ ਦਾ ਇੱਕ ਵਾਰ ਰੁਕ ਕਰਦਾ, ਉਸ ਤੋਂ ਬਾਅਦ ਤੁਹਾਨੂੰ ਸੁਣਾਵਾਂਗੇ ਕਿ ਇਸ ਮੁਲਾਕਾਤ ਦੇ ਸ਼ੁਰੂ ਹੋਣ ਤੋਂ ਪਹਿਲਾਂ ਬੱਸ ਦੇ ਵਿੱਚ ਕੀ ਕੁਝ ਕਿਹਾ ਗਿਆ ਸੀ ਕਿਸਾਨ ਜਥੇਬੰਦੀਆਂ ਨਾਲ ਜਦੋਂ ਸਾਡੇ ਸਹਿਯੋਗੀ ਪੰਕਜ ਕਬਾਈ ਨੇ ਗੱਲ ਕੀਤੀ ਸੀ। ਮੈਂ ਪੰਕਜ ਦੀ ਉਹ ਤੁਹਾਨੂੰ ਗੱਲਬਾਤ ਸੁਣਾਵਾਂਗਾ, ਪਰ ਪਹਿਲਾਂ ਮੈਂ ਪੰਕਜ ਦਾ ਇੱਕ ਵਾਰ ਰੁਕ ਕਰ ਲੈਣਾ। ਪੰਕਜ, ਮੇਰੀ ਆਵਾਜ਼ ਜੇਕਰ ਤੁਹਾਡੇ ਤੱਕ ਪਹੁੰਚ ਰਹੀ ਹੈ, ਪੰਕਜ ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ ਤਾਂ ਅੰਦਰ ਲੰਗਰ ਜਾਰੀ ਹੈ, ਲੰਚ ਬ੍ਰੇਕ ਹੋ ਰਿਹਾ ਹੈ ਇਸ ਸਮੇਂ। ਕੀ ਕੁਝ ਤੁਹਾਡੇ ਕੋਲ ਅਪਡੇਟ ਹੈ? ਮੈਂ ਲੰਗਰ ਦੀਆਂ ਤਸਵੀਰਾਂ ਕੁਝ ਦਿਖਾਈਆਂ ਨੇ। ਬਿਲਕੁਲ ਬਿਲਕੁਲ, ਜਿਹੜੇ ਕਿਸਾਨ ਆਪਣਾ ਲੰਗਰ ਲੈ ਕੇ ਆਏ ਸੀ, ਜੋ ਬਕਾਇਦਾ ਤੌਰ ਤੇ ਕਿਸਾਨ ਆਪਣਾ ਲੰਗਰ ਲੈ ਕੇ ਆਏ ਸੀ, ਉਹ ਲੰਗਰ ਜਿਹੜਾ ਉਹ ਖਾਧਾ ਜਾ ਰਿਹਾ ਹੈ। ਮੰਤਰੀ ਸਾਹਿਬ ਨੂੰ ਵੀ ਕਿਹਾ, ਖੇਤੀਬਾੜੀ ਮੰਤਰੀ ਨੂੰ ਵੀ ਕਿਹਾ ਕਿ ਅਸੀਂ ਤੁਹਾਡਾ ਸਰਕਾਰੀ ਖਾਣਾ ਨਹੀਂ ਖਾਣਾ, ਤੁਸੀਂ ਖਾਣਾ ਤੇ ਸਾਡੇ ਨਾਲ ਲੰਗਰ ਖਾ ਸਕਦੇ ਹੋ। ਇਸ ਵੇਲੇ ਤਿੰਨੋਂ ਮੰਤਰੀ ਵੱਖਰੇ ਤੌਰ ਤੇ ਆਪਸ 'ਚ ਮੀਟਿੰਗ ਕਰ ਰਹੇ ਨੇ ਜਦੋਂ ਕਿਸਾਨ ਲੰਗਰ ਖਾ ਰਹੇ ਨੇ, ਜਦੋਂ ਕਿਸਾਨ ਚਾਹ ਪੀ ਰਹੇ ਨੇ, ਕਿਉਂਕਿ ਗਰਮਾ ਗਰਮੀ ਤਲਖੀ ਦੇਖਣ ਨੂੰ ਮਿਲੀ। ਇਸ ਵੇਲੇ ਜੋ ਹਾਲ ਦੇ ਵਿੱਚ ਮੀਟਿੰਗ ਚੱਲ ਰਹੀ ਹੈ ਉਸ ਦੇ ਵਿੱਚ ਨਾ ਤਾਂ ਮੰਤਰੀ ਮੌਜੂਦ ਨੇ, ਨਾ ਹੀ ਕਿਸਾਨ ਮੌਜੂਦ ਨੇ। ਕਿਸਾਨ ਜਿਹੜੇ ਨੇ ਉਹ ਆਪਣੀ ਰਣਨੀਤੀ ਕਰ ਰਹੇ ਨੇ। 40 ਜਥੇਬੰਦੀਆਂ ਨੇ, 40 ਜਥੇਬੰਦੀਆਂ ਕਹਿ ਰਹੀਆਂ ਕਿ ਅਸੀਂ ਹੁਣ ਕਾਨੂੰਨ ਵਾਪਸ ਕਰਨ ਨੂੰ ਲੈ ਕੇ ਹੀ ਮੁੜਾਂਗੇ, ਉਸ ਤੋਂ ਇਲਾਵਾ ਸਰਕਾਰ ਨਾਲ ਕੋਈ ਸੋਚ ਜਿਹੜਾ ਉਹ ਨਹੀਂ ਕੀਤਾ ਜਾਏਗਾ। ਦੂਜੇ ਪਾਸੇ ਤਿੰਨੋਂ ਮੰਤਰੀ ਪਿਊਸ਼ ਗੋਇਲ, ਨਰਿੰਦਰ ਸਿੰਘ ਤੋਮਰ ਤੇ ਨਾਲ ਹੀ ਨਾਲ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਦੇ ਨਾਲ ਸੋਮ ਪ੍ਰਕਾਸ਼, ਤਿੰਨੋਂ ਮੰਤਰੀ ਜਿਹੜੇ ਨੇ ਉਹ ਅੰਦਰ ਅਲੱਗ ਤੋਂ ਇੱਕ ਕਮਰੇ ਦੇ ਵਿੱਚ ਮੀਟਿੰਗ ਕਰ ਰਹੇ ਨੇ। ਅੱਗੋਂ ਕਿਸਾਨਾਂ ਦੇ ਨਾਲ ਗੱਲਬਾਤ ਕਿਵੇਂ ਕੀਤੀ ਜਾਏਗੀ, ਕਿਉਂਕਿ ਤਲਖੀ ਭਰਾ ਮਾਹੌਲ ਦੇਖਣ ਨੂੰ ਮਿਲ ਰਿਹਾ, ਨਾਰਾਜ਼ਗੀ ਦੇਖਣ ਨੂੰ ਮਿਲ ਰਹੀ, ਗੁੱਸਾ ਜਿਹੜਾ ਵਾ ਉਹ ਕਿਸਾਨਾਂ ਦਾ ਦੇਖਣ ਨੂੰ ਮਿਲ ਰਿਹਾ। ਕਿਸਾਨਾਂ ਨੇ ਦੋ ਤੁਕ ਸਰਕਾਰ ਨੂੰ ਕਹਿ ਦਿੱਤਾ ਕਿ ਹੁਣ ਤੁਹਾਡੀ ਗੱਲ ਨਹੀਂ ਸੁਣਨੀ, ਤੁਸੀਂ ਇਹ ਦੱਸੋ ਕਿ ਕਾਨੂੰਨ ਵਾਪਸ ਕਰਨੇ ਆ ਜਾਂ ਨਹੀਂ ਕਰਨੀ। ਅਗਰ ਕਾਨੂੰਨ ਵਾਪਸ ਨਹੀਂ ਕਰਨੇ ਤਾਂ ਅਸੀਂ ਉੱਠ ਕੇ ਚੱਲੇ ਆ, ਅਸੀਂ ਮੀਟਿੰਗ 'ਚ ਬਾਹਰ ਚਲੇ ਜਾਵਾਂਗੇ। ਇਸ ਤੋਂ ਘੱਟ ਸਾਨੂੰ ਕੁਝ ਮਨਜ਼ੂਰ ਨਹੀਂ ਹੈ, ਅਸੀਂ ਸੰਸ਼ੋਧਨ ਕਰਨ ਨੂੰ ਲੈ ਕੇ ਤਿਆਰ ਨਹੀਂ ਆ। ਇਹ ਸਾਫ਼ ਸ਼ਬਦਾਂ ਦੇ ਵਿੱਚ ਬਕਾਇਦਾ ਤੌਰ ਤੇ ਕਿਸਾਨ ਜਥੇਬੰਦੀਆਂ ਨੇ ਕਹਿਤਾ ਕਿ ਹੁਣ ਵਿਚਲਾ ਕੋਈ ਰਾਹ ਨਹੀਂ ਹੈ, ਤੁਸੀਂ ਇਹ ਕਲੀਅਰ ਕਰੋ ਕਾਨੂੰਨ ਵਾਪਸ ਕਰੋਗੇ ਜਾਂ ਨਹੀਂ ਕਰੋਗੇ। ਲਿਖਤੀ ਤੌਰ ਤੇ ਖੇਤੀਬਾੜੀ ਮੰਤਰੀ ਨੇ ਵੀ ਬਕਾਇਦਾ ਤੌਰ ਤੇ ਜਿਹੜੇ ਸੋਧ ਕਰਨ ਨੂੰ ਲੈ ਕੇ ਸੀਗਾ ਕਿ ਜੋ ਸਰਕਾਰ ਸੋਧ ਕਰ ਸਕਦੀ ਹੈ, ਉਹ ਰਿਟਨ ਦੇ ਤੌਰ ਤੇ ਉਹ तमाम ਗੱਲਾਂ ਕਹੀਆਂ, ਕਿਉਂਕਿ ਜੋ ਕਾਨੂੰਨ ਦੇ ਵਿੱਚ ਖਾਮੀਆਂ ਸੀਗੀਆਂ ਉਹ ਪਿਛਲੀ ਮੀਟਿੰਗ 'ਚ ਦੱਸੀਆਂ ਗਈਆਂ ਤਾਂ ਸਰਕਾਰ ਕਹਿ ਰਹੀ ਕਿ ਅਸੀਂ ਉਹਨਾਂ ਨੂੰ ਦੂਰ ਕਰਨ ਲਈ ਤਿਆਰ ਹਾਂ। ਤਾਂ ਜੀ ਇਹ 'ਚ ਇੱਕ ਵਾਰ ਫਿਰ ਤੋਂ ਜਦੋਂ ਦੁਬਾਰਾ ਥੋੜੀ ਦੇਰ 'ਚ ਮੀਟਿੰਗ ਸ਼ੁਰੂ ਹੋਏਗੀ, ਤਸਵੀਰ ਦੇਖਾਂਗੇ। ਕਿਸਾਨ ਜਥੇਬੰਦੀਆਂ ਉੱਠ ਕੇ ਆਉਂਦੀਆਂ ਨੇ, ਵਾਕਆਊਟ ਕਰਦੀਆਂ ਨੇ ਜਾਂ ਬੈਠਕ ਅੱਗੇ ਚੱਲਦੀ ਹੈ, ਕਿਉਂਕਿ ਇਸ ਵੇਲੇ ਤਿੰਨੋਂ ਮੰਤਰੀ ਵੀ ਆਪਸ 'ਚ ਵੱਖਰੇ ਤੌਰ ਤੇ ਕਮਰੇ ਦੇ ਵਿੱਚ ਮੀਟਿੰਗ ਕਰ ਰਹੇ ਨੇ। ਇਹੀ ਇਸ ਵੇਲੇ ਦੀ ਅਹਿਮ ਜਾਣਕਾਰੀ ਮਿਲ ਰਹੀ ਹੈ। ਗੌਰਵ, ਬਿਲਕੁਲ, ਤਾਂ ਅਸੀਂ ਤਸਵੀਰਾਂ ਲਗਾਤਾਰ ਤੁਹਾਨੂੰ ਵਿਗਿਆਨ ਭਵਨ ਦੇ ਬਾਹਰ ਦੀਆਂ, ਵਿਗਿਆਨ ਭਵਨ ਦੇ ਅੰਦਰ ਦੀਆਂ, ਇਸ ਸਮੇਂ ਲੰਚ ਬ੍ਰੇਕ ਹੋਇਆ ਤੇ ਉਸ ਦੀਆਂ ਕੁਝ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ, ਉਹ ਵੀ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਤੇ ਤੁਹਾਨੂੰ ਦੱਸ ਦਈਏ ਕਿ ਗੱਲਬਾਤ ਜਾਰੀ ਹੈ ਤੇ ਮੀਟਿੰਗ ਅੱਜ ਥੋੜੀ ਛੋਟੀ ਰਹਿ ਸਕਦੀ ਹੈ, ਪਰ ਆਲਰੇਡੀ ਤਕਰੀਬਨ 2 ਘੰਟੇ ਹੋ ਚੱਲੇ ਨੇ ਮੀਟਿੰਗ ਜੋ ਜਾਰੀ ਹੈ। ਤਾਂ ਹੋਰ ਕਿੰਨੀ ਦੇਰ ਮੀਟਿੰਗ ਚੱਲੇਗੀ, ਸਾਡੀ ਨਜ਼ਰ ਹੈ, ਸਾਡੀਆਂ ਟੀਮਾਂ ਲਗਾਤਾਰ ਵਿਗਿਆਨ ਭਵਨ ਦੇ ਬਾਹਰ ਨੇ ਤੇ ਜਿਵੇਂ ਕਿਸਾਨਾਂ ਨੂੰ ਲੈ ਕੇ ਕੋਈ ਅਪਡੇਟ ਜਾਂ ਹਲਚਲ ਨਜ਼ਰ ਆਏਗੀ ਅਸੀਂ ਫੌਰੀ ਤੌਰ ਦੇ ਉੱਤੇ ਰੁਕ ਕਰਾਂਗੇ ਵਿਗਿਆਨ ਭਵਨ ਦਾ। ਪੰਕਜ ਕਪਾਹੀ ਦਾ ਸਾਡੇ ਸਹਿਯੋਗੀ ਜਿਹੜੇ ਉੱਥੇ ਮੌਜੂਦ ਨੇ, ਮੈਂ ਇੱਕ ਵਾਰੀ ਤੁਹਾਨੂੰ ਨਾਮ ਜ਼ਰੂਰ ਦੱਸ ਦਵਾਂ ਸਾਰਿਆਂ ਦੇ ਕਿ ਸਾਡੀਆਂ ਟੀਮਾਂ ਉੱਥੇ ਮੌਜੂਦ ਨੇ ਤਾਂ ਕਿ ਕੋਈ ਵੀ ਤਸਵੀਰ, ਕੋਈ ਵੀ ਖਬਰ ਤੁਹਾਡੇ ਤੱਕ ਪਹੁੰਚਣ ਤੋਂ ਰਹਿ ਨਾ ਜਾਵੇ। ਪੰਕਜ ਕਪਾਹੀ ਸਾਡੇ ਉੱਥੇ ਸਾਥੀ ਮੌਜੂਦ ਨੇ ਵਿਗਿਆਨ ਭਵਨ ਦੇ ਬਾਹਰ। ਸਾਡੇ ਸਹਿਯੋਗੀ ਸ਼ੈਲੇਂਦਰ ਵਾਂਗੂ ਉੱਥੇ ਹੈਗੇ ਨੇ, ਅਨੁਰਾਗ ਢਾਂਡਾ ਸਾਡੇ ਉੱਥੇ ਸਹਿਯੋਗੀ ਹੈਗੇ ਨੇ, ਸਾਡੇ ਸਹਿਯੋਗੀ ਉੱਥੇ ਵਨੀਤ ਮੌਜੂਦ ਨੇ, ਅਸ਼ਰਫ ਮੌਜੂਦ ਨੇ ਤੇ ਪੂਰੀਆਂ ਟੀਮਾਂ ਨਿਊਜ਼ 18 ਪੰਜਾਬ ਦੀਆਂ ਇਸ ਸਮੇਂ ਲੱਗੀਆਂ ਹੋਈਆਂ ਨੇ ਵਿਗਿਆਨ ਭਵਨ ਤੋਂ ਤੁਹਾਨੂੰ ਅਪਡੇਟ ਦੇਣ ਦੇ ਲਈ। ਤੇ ਕਾਨੂੰਨਾਂ ਦੇ ਵਿੱਚ ਬਦਲਾਅ ਦੇ ਲਈ ਸਰਕਾਰ ਤਿਆਰ ਹੈ, ਪਰ ਅੜੇ ਹੋਏ ਨੇ ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਨੂੰ ਲੈ ਕੇ। ਸਿੱਧਾ ਤੁਹਾਨੂੰ ਲੈ ਕੇ ਚੱਲਦੇ ਉਮੇਸ਼ ਸ਼ਰਮਾ ਸਾਡੇ ਸਹਿਯੋਗੀ ਇਸ ਸਮੇਂ ਸਾਡੇ ਨਾਲ ਮੌਜੂਦ ਨੇ ਸਿੰਘੂ ਬਾਰਡਰ ਤੋਂ। ਉਮੇਸ਼, ਕੀ ਕੁਝ ਤੁਹਾਡੇ ਕੋਲ ਇਸ ਸਮੇਂ ਜਾਣਕਾਰੀ, ਕਿਸਾਨਾਂ ਦੇ ਨਾਲ ਗੱਲਬਾਤ ਕਰੋ, ਅੱਜ ਸੋਚ ਕੀ ਰਹੇ ਨੇ ਕਿਸਾਨ, ਕਿ ਵਾਕਈ ਕਿਸਾਨ ਵੀ ਅੱਜ ਸੋਚ ਰਹੇ ਨੇ ਕਿ ਅਸੀਂ ਵੀ ਘਰ ਨੂੰ ਜਾਈਏ, ਜਾਂ ਕਿਸਾਨਾਂ ਨੂੰ ਇਸ ਸਮੇਂ ਕੋਈ ਚਿੰਤਾ ਨਹੀਂ ਕਿ 10 ਦਿਨ ਆਲਰੇਡੀ ਹੋ ਚੁੱਕੇ ਨੇ, ਠੰਡ ਵੱਧ ਰਹੀ ਹੈ। ਕਿਸਾਨ ਅੱਜ ਕੀ ਸੋਚ ਰਹੇ ਨੇ ਕਿ ਅੱਜ ਸੋਚ ਰਹੇ ਨੇ ਕਿਸਾਨ ਕੀ ਮੀਟਿੰਗ ਦੇ ਵਿੱਚ ਕੋਈ ਹੱਲ ਨਿਕਲ ਆਵੇ ਤਾਂ ਅਸੀਂ ਵੀ ਆਪਣੇ ਘਰ ਵੱਲ ਵਾਪਸ ਚਾਲੇ ਪਾਈਏ, ਕਿ ਇਸ ਤਰੀਕੇ ਦੀ ਕੋਈ ਗੱਲਬਾਤ ਸੋਚੀ ਜਾ ਰਹੀ ਹੈ। ਉਮੇਸ਼, ਓਵਰ ਟੂ ਯੂ। गौरव, बिल्कुल मैं एक जीप के अंदर बैठे, तुसी देख रहे होने तस्वीरें रही, क्योंकि न्यूज़ 18 पंजाब के कैमरे ते पल पल की तस्वीर असीं दे रहे हैं। ये जीप खास है, खास क्यों है आ तुहानूं दसदे हां। पटियाला के नौजवान मेरे नाल मौजूद ने और ये जीप ते तुसी देखो कि ये चर्चा का विषय बनी हुई है। जीप शहीद आजम जिन्होंने भगत सिंह जी की फोटो इन्होंने लाई हुई है, नीचे एक वर्डिंग भी लिखी हुई है। पहले इस फोटो पर नज़र मारो तुसी, मीडिया में शहीद भगत सिंह के झंडा भी लाया हुआ है, नाम भी लिखा हुआ है। ये पटियाले के नौजवान ने जीप के
ਜਦੋਂ ਤੋਂ ਇੱਥੇ ਖੜੀ ਹੈ ਲੋਕਾਂ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ और लिखा भी हुआ है कि तू शहीद हुआ भगत सिंह, न जाने कैसे तेरी माँ सोई होगी, एक बात तो तय है तुझे गले लगाकर रस्सी भी 100 बार रोई होगी। तो ये शब्द ने गौरव ਜਿਹੜੇ बड़े अपने आप ਵਿੱਚ काफ़ी मायने ने और इस फोटो ਦੀ बड़े मायने ने, ਲੋਕੀ फोटो भी खिंचवा रहे ने। ਇਹ ਤਸਵੀਰ ਆਪਣੇ ਆਪ ਵਿੱਚ ਰੋਚਕ ਹੈ। ਮੀਟਿੰਗ ਦਾ ਦੌਰ ਜਾਰੀ ਹੈ, ਸਭ ਨੂੰ ਉਡੀਕ ਹੈ ਕਿਸਾਨਾਂ ਨੂੰ ਕਿ ਕੁਝ ਨਿਕਲ ਕੇ ਆਏਗਾ। ਸਾਡੇ ਨਾਲ ਉਹ ਨੌਜਵਾਨ ਨੇ, ਕੀ ਨਾਮ ਹੈ ਜੀ ਤੁਹਾਡਾ? ਸਰਦਾਰ ਸਤਨਾਮ ਸਿੰਘ ਜੀ। ਸਤਨਾਮ ਜੀ, ਇਹ ਬੜੀ ਤੁਸੀਂ ਅਲੱਗ ਤਰ੍ਹਾਂ ਦੀ ਤੁਸੀਂ ਗੱਡੀ ਸਜਾਈ ਹੈ ਸ਼ਹੀਦ ਆਜ਼ਮ ਭਗਤ ਸਿੰਘ ਜੀ ਦੇ ਨਾਲ, ਕੀ ਅਸੀਂ ਭਗਤ ਸਿੰਘ ਤੋਂ ਬਹੁਤ ਪ੍ਰੇਰਿਤ ਹਾਂ ਕਿਉਂਕਿ ਇਹਨਾਂ ਨੇ ਵਿਰੋਧ ਕਰਕੇ ਸਾਨੂੰ ਆਜ਼ਾਦੀ ਦਿਵਾਈ ਹੈ। ਹੁਣ ਸਾਨੂੰ ਫੇਰ ਆਪਣੇ ਬਸਤੇ ਚੱਕਣੇ ਪੈ ਗਏ, ਕਲਮਾਂ ਚੱਕਣੀਆਂ ਪੈ ਗਏ, ਫਿਰ ਵਿਰੋਧ ਕਰਨ ਦਾ ਸਾਨੂੰ ਮਤਲਬ ਇਹਨਾਂ ਨੇ ਮਜਬੂਰ ਕਰਤਾ ਹੈ। ਤੇ ਅੱਜ ਤੱਕ ਵੀ ਭਗਤ ਸਿੰਘ ਨੂੰ ਮੈਨੂੰ ਲੱਗਦੀ ਪੂਰੀ ਆਜ਼ਾਦੀ ਨਹੀਂ ਮਿਲੀ, ਤਾਂ ਕਰਕੇ ਬੇੜੀਆਂ 'ਚ ਝਗੜੇ ਹੋਏ ਨੇ। ਕੀ ਲੱਗਦਾ ਤੁਹਾਨੂੰ ਅੱਜ ਕੀ ਨਿਕਲ ਕੇ ਆਉਣੇ ਵਾਲਾ? ਸਾਰਾ ਦੀ ਉਡੀਕ ਉਸ ਮੀਟਿੰਗ ਤੇ ਹੈ। ਅਸੀਂ ਤਾਂ ਜੀ ਇਹ ਸੋਚਦੇ ਆ ਜੀ ਕਿ ਸਭ ਕੁਝ ਵਧੀਆ ਨਿਕਲ ਜੇ, ਸਾਰੇ ਆਪਣੇ ਘਰਾਂ ਨੂੰ ਸਾਰੇ ਖੁਸ਼ਹਾਲ ਹੋ ਜਾਣ। ਅਸੀਂ ਤਾਂ ਇਹੀ ਸਪੋਰਟ ਕਰਦੇ ਆ। ਇਹ ਬੇੜੀਆਂ ਤਾਂ ਹੀ ਹਟਣਗੀਆਂ। ਬੇੜੀਆਂ ਤਾਂ ਪਾਈਆਂ ਜੀ, ਇਹ ਪਲੇਟਫਾਰਮ ਇਹੋ ਜਿਹਾ ਵਾ ਜਿੱਥੇ ਸਾਰੀ ਇੰਡੀਆ ਦੀ ਮੀਡੀਆ ਇੱਥੇ ਆ ਰਹੀ ਆ। ਭਗਤ ਸਿੰਘ ਨੂੰ ਅੱਜ ਤੱਕ ਵੀ ਬੇਕਸੂਰ ਨਹੀਂ ਕਰਾਰ ਕੀਤਾ ਗਿਆ ਇੰਡੀਆ ਦੇ ਵਿੱਚ। ਇਹ ਅਸੀਂ ਦਰਸਾਉਣਾ ਚਾਹੁੰਦੇ ਆ। ਇਹ ਬੇੜੀਆਂ ਦੇ ਵਿੱਚ ਪਾ ਕੇ ਅੰਗਰੇਜ਼ਾਂ ਨੇ ਬੇੜੀਆਂ ਪਾਈਆਂ, ਉਹ ਬਰਕਰਾਰ ਰੱਖਿਆ ਵਾ। ਇਹਨਾਂ ਸਰਕਾਰਾਂ ਨੇ ਅੱਜ ਤੱਕ ਇੰਡੀਅਨ ਗਵਰਨਮੈਂਟ ਨੇ ਅੱਜ ਤੱਕ ਭਗਤ ਸਿੰਘ ਨੂੰ ਬੇਕਸੂਰ ਨਹੀਂ ਕਰਾਰਿਆ, ਇਹਨੂੰ ਹਾਲੇ ਵੀ ਗੁਨਾਹਗਾਰ ਕਰਾਰਿਆ ਹੋਇਆ। ਤਸਵੀਰਾਂ ਆਪਣੇ ਆਪ ਵਿੱਚ ਕਾਫੀ ਕੁਝ ਕਹਿੰਦੀਆਂ ਨੇ। ਇਹਨਾਂ ਨੇ ਪਟਿਆਲਾ ਦੇ ਨੌਜਵਾਨ ਨੇ, ਤਸਵੀਰ ਦੇਖੋ ਗੱਡੀ ਇਹਨਾਂ ਦੀ ਜੀਪ, ਇਹ ਜੀਪ ਦੇ ਉੱਪਰ ਭਗਤ ਸਿੰਘ ਜੀ ਦੀ ਫੋਟੋ ਬੀੜੀਆਂ ਪਾਈ ਹੋਏ ਨੇ ਕਿਉਂਕਿ ਅੱਜ ਵੀ ਇਹਨਾਂ ਨੂੰ ਇਹ ਇੱਕ ਅੰਦਰ ਕਸਕ ਹੈ ਕਿ ਇਹਨਾਂ ਨੂੰ ਅੱਜ ਵੀ ਸ਼ਹੀਦ ਦਾ ਦਰਜਾ ਨਹੀਂ ਮਿਲਿਆ ਔਰ ਬੇਕਸੂਰ ਨਹੀਂ ਮੰਨਿਆ ਗਿਆ। ਉਦਾਂ ਹੀ ਹਾਲਾਤ ਅੱਜ ਨੇ ਕਿ ਕਿਸਾਨ ਨੂੰ ਜਕੜਿਆ ਹੋਇਆ ਹੈ। ਇਹ ਇੱਕ ਭਾਵ ਲੈ ਕੇ ਆਏ ਹੋਏ ਨੇ। ਮੀਟਿੰਗ ਦੀ ਉਡੀਕ ਸਾਰਿਆਂ ਨੂੰ ਹੈ। ਗੌਰਵ, ਕੀ ਰਹੇਗਾ ਕੀ ਨਹੀਂ, ਲਗਾਤਾਰ ਨਿਊਜ਼ 18 ਪਲ ਜਾਣਕਾਰੀ ਦੇ ਰਿਹਾ ਹੈ ਮੀਟਿੰਗ ਦਾ ਲੈ ਕੇ ਕਿ ਕਿਸਾਨਾਂ ਨੂੰ ਬੜਾ ਇੱਕ ਉਮੀਦ ਵੀ ਜਗਦੀ ਹੈ ਕਿ ਜਦੋਂ ਮੀਟਿੰਗ ਦਾ ਦੌਰ ਚੱਲਦਾ ਹੈ ਉੱਥੇ ਵੀ ਕੀ ਰਹੇਗਾ ਕੀ ਨਹੀਂ, ਜ਼ਰੂਰ ਜਾਣਕਾਰੀ ਕਿਉਂਕਿ ਸਾਡੇ ਸਾਥੀ ਵੀ ਉੱਥੇ ਨੇ। ਓਵਰ ਟੂ ਯੂ ਗੌਰਵ। ਜੀ ਬਿਲਕੁਲ, ਤਾਂ ਇਸ ਸਮੇਂ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਸਿੰਘੂ ਬਾਰਡਰ ਤੇ, ਜਿੱਥੇ ਉਮੀਦ ਤਾਂ ਜ਼ਰੂਰ ਹੈ, ਸਾਰਿਆਂ ਨੂੰ ਉਮੀਦ ਹੈ, ਪਰ ਦੂਜੀ ਗੱਲ ਜਿਹੜੇ ਕਿਸਾਨ ਉੱਥੇ ਮੌਜੂਦ ਨੇ ਉਹ ਵੀ ਲਗਾਤਾਰ ਜ਼ਿਕਰ ਕਰ ਰਹੇ ਨੇ ਕਿ ਅਸੀਂ ਕਾਨੂੰਨ ਵਾਪਸ ਕਰਵਾ ਕੇ ਹੀ ਪੰਜਾਬ ਨੂੰ ਮੁੜਾਂਗੇ ਜਾਂ ਹਰਿਆਣਾ ਨੂੰ ਮੁੜਾਂਗੇ ਜਾਂ ਯੂਪੀ ਨੂੰ ਮੁੜਾਂਗੇ ਜਿੱਥੇ ਤੋਂ ਅਸੀਂ ਆਏ ਹੋਏ ਹਾਂ। ਜ਼ਿਆਦਾ ਗਿਣਤੀ ਪੰਜਾਬ ਵਾਲਿਆਂ ਦੀ ਹੈ ਕਿਉਂਕਿ ਪੰਜਾਬ ਤੋਂ ਪੂਰੇ ਕਾਫਲੇ ਨਿਕਲੇ ਸੀ ਤੇ ਇਸ ਵਿਚਾਲੇ ਉਮੇਸ਼ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ, ਪੰਕਜ ਕਪਾਹੀ ਲਗਾਤਾਰ ਸਾਡੇ ਨਾਲ ਬਣੇ ਹੋਏ ਨੇ। ਮੈਂ ਅਪਡੇਟ ਤੁਹਾਨੂੰ ਦਵਾਂਗਾ। ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ, ਕੇਂਦਰ ਕਿਸਾਨਾਂ ਦੀ ਮੀਟਿੰਗ ਤੋਂ ਵੱਡੀ ਖਬਰ ਹੈ। ਵਕਤ ਤੋਂ ਮੀਟਿੰਗ ਕਰ ਰਹੇ ਨੇ ਕੇਂਦਰੀ ਮੰਤਰੀ। ਇੱਕ ਵਾਰ ਫਿਰ ਤੋਂ 3 ਦਸੰਬਰ ਨੂੰ ਕੁਝ ਇਸ ਤਰੀਕੇ ਨਾਲ ਹੁੰਦਾ ਹੋਇਆ ਨਜ਼ਰ ਆਇਆ ਸੀ। ਇੱਕ ਵਾਰ ਫਿਰ ਤੋਂ ਉਹੀ ਜਿਹੜੀ ਜਾਣਕਾਰੀ ਸਾਡੇ ਕੋਲ ਪਹੁੰਚ ਰਹੀ ਹੈ। ਕੇਂਦਰੀ ਮੰਤਰੀ ਵਕਤ ਤੋਂ ਮੀਟਿੰਗ ਕਰ ਰਹੇ ਨੇ। ਇਸ ਸਮੇਂ ਦੀ ਵੱਡੀ ਖਬਰ ਹੈ, ਕਿਸਾਨਾਂ ਦੀਆਂ ਮੰਗਾਂ ਦੇ ਉੱਤੇ ਚਰਚਾ ਹੋ ਰਹੀ ਹੈ। ਕਿਸਾਨ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਵਜਿਦ ਨੇ। ਕਾਨੂੰਨ ਰੱਦ ਕਰੋ ਨਹੀਂ ਤਾਂ ਮੀਟਿੰਗ ਖਤਮ ਕਰੋ। ਕਿਸਾਨਾਂ ਦੀ ਦੋ ਟੁਕ ਸਰਕਾਰ ਨੂੰ। ਮੀਟਿੰਗ ਦੇ ਵਿੱਚ ਲੰਚ ਬ੍ਰੇਕ, ਕਿਸਾਨਾਂ ਨੇ ਆਪਣਾ ਖਾਣਾ ਜੋ ਨਾਲ ਲੈ ਕੇ ਆਏ ਸੀ ਉਹੀ ਖਾ ਰਹੇ ਨੇ ਤੇ ਇਸ ਸਭ ਦੇ ਵਿਚਾਲੇ ਸਰਕਾਰ ਦੇ ਖਾਣੇ ਦੇ ਸੱਦੇ ਨੂੰ ਇੱਕ ਵਾਰ ਫਿਰ ਤੋਂ ਨਾ ਕਰ ਦਿੱਤੀ ਗਈ ਹੈ ਕਿਸਾਨਾਂ ਦੇ ਵੱਲੋਂ। ਪਰ ਵੱਡੀ ਖਬਰ ਇਸ ਸਮੇਂ ਹੈ, ਅਲੱਗ ਤੋਂ ਮੀਟਿੰਗ ਦਾ ਮਤਲਬ ਕੀ ਹੈ ਉਹ ਵੀ ਤੁਹਾਨੂੰ ਸਮਝਾ ਦਵਾਂ। ਦਰਅਸਲ ਕਿਸਾਨ ਤੇ ਮੰਤਰੀ ਇੱਕੋ ਟੇਬਲ ਦੇ ਉੱਤੇ ਬੈਠ ਕੇ ਗੱਲਬਾਤ ਕਰਦੇ ਨੇ ਤੇ ਹੁਣ ਜਿਹੜੇ ਮੰਤਰੀ ਨੇ ਪਿਊਸ਼ ਗੋਇਲ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਤੇ ਸੋਮ ਪ੍ਰਕਾਸ਼, ਇਹ ਤਿੰਨੋਂ ਮੰਤਰੀ ਕਿਸਾਨਾਂ ਨਾਲ ਗੱਲਬਾਤ ਕਰ ਰਹੇ ਨੇ। ਇਹ ਉੱਠ ਕੇ ਉਸ ਹਾਲ ਦੇ ਵਿੱਚੋਂ ਅਲੱਗ ਕਮਰੇ ਦੇ ਵਿੱਚ ਜਾ ਕੇ ਆਪਸ 'ਚ ਗੱਲਬਾਤ ਕਰਦੇ ਨੇ ਕਿ ਆਖਿਰ ਅੱਗੇ ਦੀ ਰਣਨੀਤੀ ਕੀ ਹੋ ਸਕਦੀ ਹੈ। ਜਾਂ ਤੁਸੀਂ ਇਹ ਵੀ ਕਹਿ ਸਕਦੇ ਹੋ ਕਿ ਤਿੰਨੋਂ ਮੰਤਰੀ ਜਾ ਕੇ ਹੋ ਸਕਦਾ ਹੈ ਕਿ ਗੱਲਬਾਤ ਹੁਣ ਅਮਿਤ ਸ਼ਾਹ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਕਰ ਰਹੇ ਹੋਣ ਕਿ ਇਹ ਕਿਸਾਨ ਕਹਿ ਰਹੇ ਨੇ ਇਸ ਸਟੈਂਡ ਦੇ ਉੱਤੇ ਅੜੇ ਹੋਏ ਨੇ, ਦੱਸੋ ਕੀ ਕਰਨਾ ਹੈ, ਕਿ ਗੱਲਬਾਤ ਨੂੰ ਅੱਗੇ ਤੋੜਨਾ ਹੈ ਜਾਂ ਕੀ ਇਹਨਾਂ ਨੂੰ ਹੁਣ ਭਰੋਸਾ ਦੇਣਾ ਹੈ ਜਾਂ ਕਿਸਾਨਾਂ ਦੇ ਨਾਲ ਗੱਲਬਾਤ ਨੂੰ ਅੱਗੇ ਕਿਵੇਂ ਤੋੜਿਆ ਜਾਵੇ। ਤਾਂ ਇਸ ਸਮੇਂ ਦੀ ਵੱਡੀ ਖਬਰ ਦੇ ਰਹੇ ਹਾਂ ਕਿ ਕੇਂਦਰ ਤੇ ਕਿਸਾਨਾਂ ਦੀ ਮੀਟਿੰਗ ਤੋਂ ਵੱਡੀ ਖਬਰ ਹੈ ਕਿ ਮੰਤਰੀ ਇੱਕ ਵਾਰ ਫਿਰ ਤੋਂ ਵੱਖ ਮੀਟਿੰਗ ਕਰ ਰਹੇ ਨੇ। ਤੁਹਾਨੂੰ ਯਾਦ ਹੋਏਗਾ ਜਿਹੜੀ 3 ਤਰੀਕ ਦੀ ਮੀਟਿੰਗ ਸੀ, 3 ਤਰੀਕ ਦੀ ਮੀਟਿੰਗ ਸੀ, ਉਸ ਸਮੇਂ ਵੀ ਕੁਝ ਅਜਿਹੀਆਂ ਹੀ ਤਸਵੀਰਾਂ ਸਾਹਮਣੇ ਆਈਆਂ ਸੀ। ਉਸ ਸਮੇਂ ਵੀ ਅਜਿਹੀਆਂ ਖਬਰਾਂ ਦੀ ਜਾਣਕਾਰੀ ਸਾਹਮਣੇ ਆਈ ਸੀ। ਸਿੱਧਾ ਰੁਕ ਕਰਦੇ ਪੰਕਜ ਕਪਾਹੀ ਮੇਰੇ ਸਹਿਯੋਗੀ ਸਾਡੇ ਨਾਲ ਨੇ ਵਿਗਿਆਨ ਭਵਨ ਦੇ ਬਾਹਰ ਤੋਂ। ਪੰਕਜ, ਵੱਡੀ ਖਬਰ, ਓਵਰ ਟੂ ਯੂ। ਬਿਲਕੁਲ ਗੌਰਵ, ਕਿਉਂਕਿ ਇਸ ਵੇਲੇ ਜਿੱਥੇ ਲੰਚ ਜਿਹੜਾ ਵਾ, ਲੰਗਰ ਜਿਹੜਾ ਵਾ ਉਹ ਕਿਸਾਨ ਛਕ ਰਹੇ ਨੇ, ਜ਼ਮੀਨ ਤੇ ਬਹਿ ਕੇ ਛਕ ਰਹੇ ਨੇ। ਉਹ ਆਪਣਾ ਲੰਗਰ ਲੈ ਕੇ ਆਏ ਸੀਗੇ ਤਾਂ ਦੂਜੇ ਪਾਸੇ ਮੰਤਰੀ ਉੱਠ ਕੇ ਦੂਜੇ ਕਮਰੇ ਚਲੇ ਗਏ ਨੇ। ਮੰਤਰੀ ਇਸ ਵੇਲੇ ਆਪਣੇ ਹੋਰ ਆਲਾ ਕਮਾਨ ਦੇ ਨਾਲ ਸ਼ਾਇਦ ਅਮਿਤ ਸ਼ਾਹ ਦੇ ਨਾਲ ਗੱਲਬਾਤ ਕਰ ਰਹੇ ਨੇ, ਸ਼ਾਇਦ ਪ੍ਰਧਾਨ ਮੰਤਰੀ ਨਾਲ ਗੱਲਬਾਤ ਕਰ ਰਹੇ ਨੇ ਕਿਉਂਕਿ ਕਿਸਾਨਾਂ ਨੇ ਆਪਣਾ ਰੁਖ ਸਾਫ਼ ਕਰ ਦਿੱਤਾ ਹੈ। ਜਦੋਂ ਕਿਸਾਨਾਂ ਨੇ ਆਪਣਾ ਰੁਖ ਸਾਫ਼ ਕਰ ਦਿੱਤਾ, ਅੱਜ ਸਵੇਰੇ ਅਸੀਂ ਦੇਖਿਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬੈਠਕਾਂ ਲੈ ਰਹੇ ਸੀਗੇ, ਅਮਿਤ ਸ਼ਾਹ ਨਜ਼ਰ ਬਣਾ ਕੇ ਰੱਖੇ ਹੋਏ ਸੀ ਔਰ ਜਾਣਕਾਰੀ ਮਿਲ ਰਹੀ ਹੈ ਖੇਤੀਬਾੜੀ ਮੰਤਰੀ ਜੋ ਨੇ ਅਮਿਤ ਸ਼ਾਹ ਨੂੰ ਪੂਰੀ ਜਾਣਕਾਰੀ ਦੇ ਰਹੇ ਨੇ, ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਰਹੇ ਨੇ ਕਿਸਾਨ ਕੀ ਚਾਹ ਰਹੇ ਨੇ, ਕਿਸਾਨਾਂ ਦਾ ਮਨ ਦੇ ਵਿੱਚ ਕੀ ਹੈ। ਲੇਟੈਸਟ ਅਪਡੇਟ ਆਈ ਹੈ ਤੁਹਾਡੀ ਅੰਦਰ ਗੱਲਬਾਤ ਹੋਈ ਹੈ, ਕੀ ਕੁਝ ਗੱਲਬਾਤ ਅੰਦਰ ਹੋਈ ਹੈ ਤੁਹਾਡੀ?
ਜਦੋਂ ਇਹ ਤਿੰਨੋਂ ਮੰਤਰੀ ਉੱਠ ਕੇ ਬਾਹਰ ਗਏ ਆ ਉਦੋਂ ਲੰਚ ਬ੍ਰੇਕ ਹੋ ਗਿਆ ਔਰ ਹੁਣ ਸਾਡੇ ਸਾਥੀ ਆ ਜਿਹੜੇ ਉਹ ਲੰਚ ਕਰ ਰਹੇ ਆ ਉਹ ਲੰਚ ਆਪਣਾ ਲੈ ਕੇ ਗਏ ਹੈ ਆਪਣਾ ਖਾਣਾ ਖਾ ਰਹੇ ਆ ਔਰ ਉਹਨਾਂ ਨੇ ਕਿਹਾ ਆ ਕਿ ਅਸੀਂ ਸਰਕਾਰ ਦਾ ਪਾਣੀ ਵੀ ਨਹੀਂ ਪੀਵਾਂਗੇ। ਹੁਣ ਵਾਕਆਊਟ ਕਰਕੇ ਬਾਹਰ ਆ ਰਹੇ ਨੇ ਲੰਗਰ ਤੋਂ ਬਾਅਦ ਜਾਂ ਫਿਰ ਅੱਗੇ ਮੀਟਿੰਗ ਚੱਲੇਗੀ ਕਿਉਂਕਿ ਮੰਤਰੀ ਵੀ ਉੱਠ ਕੇ ਦੂਜੇ ਕਮਰੇ 'ਚ ਮੀਟਿੰਗ ਕਰ ਰਹੇ ਨੇ ਸ਼ਾਇਦ ਅਮਿਤ ਸ਼ਾਹ ਨੂੰ ਜਾਣਕਾਰੀ ਦੇ ਰਹੇ ਨੇ ਜਾਂ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਰਹੇ ਨੇ। ਵੋਕਆਊਟ ਵਾਲੀ ਸਥਿਤੀ ਬਿਲਕੁਲ ਬਣ ਗਈ ਸੀ। ਸਾਰੇ ਕਿਸਾਨ ਜਥੇਬੰਦੀਆਂ ਦੇ ਆਗੂ ਸੀ ਸਾਰੇ ਇਕਜੁੱਟ ਹੋ ਕੇ ਇੱਕ ਸਹੁਰੇ 'ਚ ਖੜੇ ਹੋ ਗਏ ਸੀ। ਉਸ ਤੋਂ ਬਾਅਦ ਕ੍ਰਿਸ਼ੀ ਸਚਿਵ ਵੱਲੋਂ ਉਹਨਾਂ ਨੂੰ ਫਿਰ ਬਿਠਾਇਆ ਗਿਆ ਕਿ ਇੱਕ ਵਾਰੀ ਬੈਠੋ ਤੁਸੀਂ ਆਪਣਾ ਲੰਚ ਕਰੋ। ਉਸ ਤੋਂ ਬਾਅਦ ਅਸੀਂ ਹਾਈ ਕਮਾਂਡ ਨਾਲ ਦੁਬਾਰਾ ਗੱਲ ਕਰਕੇ ਦੇਖਨੇ ਆ। ਸੁਰਜੀਤ ਜਾਨੀ ਔਰ ਹਰਜੀਤ ਗਰੇਵਾਲ ਅੰਦਰ ਨੇ ਉਹ ਬੀਜੇਪੀ ਵੱਲੋਂ ਗੱਲ ਕਰ ਰਹੇ ਆ ਉਹ ਵੀ ਪ੍ਰੈਸ਼ਰ ਕਰ ਰਹੇ ਆ ਸ਼ਾਇਦ ਔਰ ਬੀਜੇਪੀ ਦੇ ਉੱਤੇ ਸਰਕਾਰ ਦੇ ਉੱਤੇ ਬਹੁਤ ਜ਼ਿਆਦਾ ਪ੍ਰੈਸ਼ਰ ਹੈ ਕਿਸਾਨ ਜਥੇਬੰਦੀਆਂ ਦਾ ਔਰ ਮੈਨੂੰ ਲੱਗਦਾ ਆ ਕਿ ਥੋੜੀ ਦੇਰ ਜਦੋਂ ਮੀਟਿੰਗ ਦੁਬਾਰਾ ਇੱਕ ਵਾਰੀ ਜ਼ਰੂਰ ਸ਼ੁਰੂ ਹੋਵੇਗੀ ਔਰ ਉਸ ਤੋਂ ਬਾਅਦ ਜੋ ਨਿਕਲਦਾ ਆ ਤੁਹਾਨੂੰ ਦੱਸਾਂਗੇ। ਤਾਂ ਇਸ ਵੇਲੇ ਲੰਚ ਚੱਲ ਰਿਹਾ ਗੌਰਵ ਇਸ ਵੇਲੇ ਲੰਚ ਚੱਲ ਰਿਹਾ ਜੋ ਜਾਣਕਾਰੀ ਮਿਲ ਰਹੀ ਹੈ ਮੰਤਰੀ ਅਲੱਗ ਤੋਂ ਮੀਟਿੰਗ ਕਰ ਰਹੇ ਨੇ ਤਿੰਨੋਂ ਮੰਤਰੀ ਅਲੱਗ ਤੋਂ ਮੀਟਿੰਗ ਕਰ ਰਹੇ ਨੇ ਸ਼ਾਇਦ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਰਹੇ ਨੇ ਜਾਂ ਹੋਮ ਮਿਨਿਸਟਰ ਨੂੰ ਜਾਣਕਾਰੀ ਦੇ ਰਹੇ ਨੇ ਕਿਉਂਕਿ ਉਹਨਾਂ ਨੇ ਵੀ ਨਜ਼ਰ ਬਣਾਈ ਹੋਈ ਹੈ ਲਗਾਤਾਰ ਇੱਕ ਅਪਡੇਟ ਦੇ ਰਹੇ ਹਨ ਲਗਾਤਾਰ ਗੱਲਬਾਤ ਕਰ ਰਹੇ ਹਨ ਕਿ ਇਸ ਵੇਲੇ ਮੀਟਿੰਗ ਦੇ ਵਿੱਚ ਕਿਉਂਕਿ ਵਾਕਆਊਟ ਵਾਲੀ ਜਦੋਂ ਹਾਲਾਤ ਬਣ ਗਏ ਤਾਂ ਉਸ ਵੇਲੇ ਲੰਚ ਰੱਖਣਾ ਪਿਆ ਫੋਨ ਤੇ ਵੀ ਗੱਲਬਾਤ ਕਰਕੇ ਸ਼ਾਇਦ ਅੰਦਰੋਂ ਜਾਣਕਾਰੀ ਲੈ ਰਹੇ ਅੰਦਰੋਂ ਕੋਈ ਜਾਣਕਾਰੀ ਮਿਲੀ ਲੇਟੈਸਟ ਕੋਈ ਜਾਣਕਾਰੀ ਮਿਲੀ ਕੀ ਕੁਝ ਗੱਲਬਾਤ ਹੋਈ। ਲੇਟੈਸਟ ਕੋਈ ਨਹੀਂ ਪਹਿਲਾਂ ਹੀ ਗੱਲ ਹੋਈ ਜਿਹੜੀ ਹੋਈ ਸੀ ਹੁਣ। ਹਾਂ ਕੀ ਲੰਗਰ ਖਤਮ ਹੋ ਗਿਆ ਲੰਚ ਖਤਮ ਹੋ ਗਿਆ ਜਾਂ ਚੱਲ ਰਿਹਾ। ਲੰਚ ਤਾਂ ਖਤਮ ਹੋ ਗਿਆ ਉਹ ਤਾਂ 10-15 ਮਿੰਟਾਂ ਦੀ ਗੱਲ ਸੀਗੀ ਜੀ। ਉਸ ਤੋਂ ਬਾਅਦ ਸਾਨੂੰ ਪਤਾ ਲੱਗਿਆ ਵੀ ਉਧਰ ਉਹ ਅਮਿਤ ਸ਼ਾਹ ਨਾਲ ਜਾਂ ਮੋਦੀ ਨਾਲ ਕੋਈ ਰਾਏ ਰੂ ਲਾਉਂਦੇ ਨੇ। ਮੰਤਰੀ ਸਾਹਿਬ ਤਿੰਨੇ ਅਲੱਗ ਤੋਂ ਮੀਟਿੰਗ ਕਰ ਰਹੇ ਨੇ। ਸਾਨੂੰ ਮਾੜੀ ਜਿਹੀ ਰਿਪੋਰਟ ਮਿਲੀ ਹੈ ਪੱਕਾ ਨਹੀਂ ਕਹਿ ਸਕਦੇ ਵੀ ਉਹਦੇ ਵਿੱਚ ਕੀ ਨਿਕਲਦਾ ਸਾਨੂੰ ਸਾਫ਼ ਪਤਾ ਹੀ ਹੈ ਵੀ ਉਹ ਉਸੇ ਗੱਲ ਦੇ ਉੱਤੇ ਅੜੇ ਹੋਏ ਨੇ ਵੀ ਯਾਰ ਇਹਦੇ ਵਿੱਚ ਕੋਈ ਅਮੈਂਡਮੈਂਟ ਕਰ ਦਿੰਦੇ ਆ ਪਰ ਇਧਰੋਂ ਸਾਫ਼ ਜਵਾਬ ਹੈ। ਪੰਜਵੀਂ ਮੀਟਿੰਗ ਅੱਜ ਹੋਈ ਹੈ ਸਾਡੀ ਇੱਥੇ ਜਥੇਬੰਦੀ ਨਾਲ ਦੀ ਪਰ ਬਿਲਕੁਲ ਸਾਨੂੰ ਸਾਫ਼ ਜਵਾਬ ਹੈ ਸਾਡਾ। ਲੰਚ ਤੋਂ ਬਾਅਦ ਸੈਕਿੰਡ ਰਾਊਂਡ ਦੀ ਮੀਟਿੰਗ ਸ਼ੁਰੂ ਹੋ ਗਈ ਔਰ ਤੁਹਾਡਾ ਸਾਫ਼ ਜਵਾਬ ਕੀ ਹੈ। ਸਾਡਾ ਸਾਫ਼ ਜਵਾਬ ਇਹ ਹੈ ਵੀ ਜਿੰਨਾ ਚਿਰ ਉਹ ਜਿਹੜੇ 3 ਕਾਲੇ ਕਾਨੂੰਨ ਬਣ ਚੁੱਕੇ ਨੇ 2 ਜਿਹੜੇ ਬਿੱਲ ਪਏ ਨੇ ਬਾਕੀ ਜਿਹੜੇ ਸਾਡੀ ਸਾਰੀਆਂ ਮੰਗਾਂ ਮੰਗ ਪੱਤਰ ਦਿੱਤਾ ਹੋਇਆ ਹੈ ਉਹਦੇ ਉੱਤੇ ਪੂਰੀ ਤਰ੍ਹਾਂ ਜਿਹੜੇ ਕਾਨੂੰਨ ਬਣ ਚੁੱਕੇ ਨੇ ਉਹ ਰੱਦ ਨਹੀਂ ਕਰਦੇ ਜਿਹੜੇ 2 ਬਿੱਲ ਪਏ ਨੇ ਉਹਨਾਂ ਨੂੰ ਖਤਮ ਨਹੀਂ ਕਰਦੇ ਉੱਥੋਂ ਤੱਕ ਸਾਡੀ ਲੜਾਈ ਜਾਰੀ ਹੈ। ਇਹਦੇ ਵਿੱਚ ਕੋਈ ਬਾਹਲਾ ਕੁਝ ਕਰਨ ਦੀ ਲੋੜ ਨਹੀਂ ਬਿਲਕੁਲ ਹਾਂ ਜਾਂ ਨਾ ਦੀ ਗੱਲ ਹੈ ਵੀ ਜਾਂ ਤਾਂ ਤੁਸੀਂ ਦੱਸੋ ਵੀ ਉਹਨਾਂ ਨੂੰ ਖਤਮ ਕਰ ਦੇਣਾ ਨਹੀਂ ਕਰਦੇ ਵੀ ਜਾਂ ਅਸੀਂ ਉਹਨੂੰ ਲਾਗੂ ਕਰਦੇ ਹਾਂ ਲਾਗੂ ਤਾਂ ਕਰ ਹੀ ਦਿੱਤੇ ਇਹਨਾਂ ਨੇ। ਇੱਧਰੋਂ ਸਾਡਾ ਫੈਸਲਾ ਹੈ ਜਿਹੜਾ ਸਾਡਾ ਘੋਲ ਹੈਗਾ ਉਹ ਸ਼ਾਂਤਮਈ ਚੱਲਦਾ ਹੈਗਾ ਸ਼ਾਂਤਮਈ ਚਲਾਵਾਂਗੇ ਅਸੀਂ ਜਿੰਨੀ ਦੇਰ ਤੱਕ ਇਹ ਜਿਹੜੇ ਕਾਲੇ ਕਾਨੂੰਨ ਹੈ ਇਹ ਰੱਦ ਨਹੀਂ ਹੁੰਦੇ ਜਿਹੜੇ ਬਿੱਲ ਨੇ ਉਹ ਖਤਮ ਨਹੀਂ ਹੁੰਦੇ। ਲਿਖਤੀ ਤੌਰ ਤੇ ਖੇਤੀਬਾੜੀ ਮੰਤਰੀ ਨੇ ਜੋ ਕਮੀਆਂ ਸੀਗੀਆਂ ਉਸ ਨੂੰ ਦੂਰ ਕਰਨ ਦੀ ਵੀ ਗੱਲ ਕੀਤੀ ਹੈ ਵੀ ਜਾਣਕਾਰੀ ਮਿਲ ਰਹੀ ਹੈ। ਇਹਦੇ ਵਿੱਚ ਕਮੀ ਹੈ ਹੀ ਨਹੀਂ ਕੋਈ ਕਮੀ ਦਾ ਮਤਲਬ ਹੀ ਨਹੀਂ ਕੋਈ ਸਾਡਾ ਤਾਂ ਸਾਫ਼ ਕਹਿਣਾ ਹੈਗਾ ਵੀ ਬਿਲਕੁਲ ਹੀ ਖਤਮ ਨੇ ਕਮੀ ਵਾਲਾ ਕੋਈ ਮਤਲਬ ਹੀ ਨਹੀਂ। ਇਹ ਤਾਂ ਬਿਲਕੁਲ ਕਿਸਾਨ ਮਾਰੂ ਨੇ ਇਹ ਲੋਕਾਂ ਨੂੰ ਸਾਰੇ ਵਰਗਾਂ ਵਾਸਤੇ ਮਾੜੇ ਨੇ ਇਹ ਇਸ ਕਰਕੇ ਇਹ ਮੁੱਢੋਂ ਖਤਮ ਹੋਣੇ ਚਾਹੀਦੇ ਨੇ। ਇਹ ਸਾਡੀ ਲੜਾਈ ਇਹਨਾਂ ਨੂੰ ਬਿਲਕੁਲ ਖਤਮ ਕਰਾਉਣ ਤੱਕ ਹੈਗੀ ਹੈ ਇਹਦੇ ਵਿੱਚ ਸੋਧ ਕਰਨ ਦਾ ਕੋਈ ਮਤਲਬ ਹੀ ਨਹੀਂ ਹੈਗਾ। ਤਾਂ ਸੈਕਿੰਡ ਰਾਊਂਡ ਦੀ ਗੌਰਵ ਇਸ ਵੇਲੇ ਮੀਟਿੰਗ ਸ਼ੁਰੂ ਹੋਣ ਵਾਲੀ ਹੈ ਕਿਉਂਕਿ ਲੰਚ ਇਸ ਕਰਕੇ ਹੋਇਆ ਕਿਉਂਕਿ ਕਿਸਾਨ ਵਾਕਆਊਟ ਕਰਕੇ ਬਾਹਰ ਆ ਰਹੇ ਸੀ। ਨਿਊਜ਼ 18 ਨੇ ਸਭ ਤੋਂ ਪਹਿਲਾਂ ਜਾਣਕਾਰੀ ਦਿੱਤੀ ਸੀ ਕਿ ਕਿਸਾਨ ਵਾਕਆਊਟ ਕਰਨ ਦਾ ਮਨ ਬਣਾ ਰਹੇ ਨੇ ਔਰ ਕਿਸਾਨ ਬਾਹਰ ਆਉਣ ਲੱਗੇ ਸੀ। ਉਸ ਵੇਲੇ ਖੇਤੀਬਾੜੀ ਮੰਤਰੀ ਨੇ ਲਿਖਤੀ ਤੌਰ ਤੇ ਇੱਕ ਲੈਟਰ ਦਿੱਤਾ ਉਹਨਾਂ ਨੇ ਨਾਲ ਹੀ ਕਿਹਾ ਕਿ ਲੰਚ ਕਰਦੇ ਹਾਂ ਉਸ ਤੋਂ ਬਾਅਦ ਅੱਗੇ ਗੱਲਬਾਤ ਕਰਾਂਗੇ ਉਸ ਤੋਂ ਬਾਅਦ ਅੱਗੇ ਗੱਲਬਾਤ ਕੀਤੀ ਜਾਏਗੀ ਔਰ ਹੁਣ ਲੰਚ ਤੋਂ ਬਾਅਦ ਕੀ ਗੱਲਬਾਤ ਹੋਏਗੀ ਕਿਉਂਕਿ ਇਸ ਵੇਲੇ ਜਾਣਕਾਰੀ ਮਿਲ ਰਹੀ ਹੈ ਕਿ ਤਿੰਨੋਂ ਮੰਤਰੀ ਅਲੱਗ ਤੋਂ ਕਮਰੇ ਦੇ ਵਿੱਚ ਮੀਟਿੰਗ ਕਰ ਰਹੇ ਨੇ। ਉਸ ਕਮਰੇ ਦੇ ਵਿੱਚ ਫੋਨ ਤੇ ਗੱਲਬਾਤ ਜਿਹੜੀ ਹੈ ਸ਼ਾਇਦ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਹੋਰਾਂ ਦੇ ਨਾਲ ਇਸ ਵੇਲੇ ਤਿੰਨੋਂ ਮੰਤਰੀ ਕਰ ਰਹੇ ਨੇ। ਗੌਰਵ ਤਾਂ ਵੱਡੀ ਖਬਰ ਇਸ ਸਮੇਂ ਇੱਕ ਵਾਰ ਫਿਰ ਤੋਂ ਅਸੀਂ ਆਪਣੇ ਦਰਸ਼ਕਾਂ ਨੂੰ ਦੱਸ ਦਈਏ ਕਿ ਕਿਸਾਨ ਅੜੇ ਹੋਏ ਨੇ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਤੇ ਦੂਜੇ ਪਾਸੇ ਜਿਹੜੇ ਮੰਤਰੀ ਮੌਜੂਦ ਨੇ ਮੀਟਿੰਗ ਦੇ ਵਿੱਚ ਉਹਨਾਂ ਦੇ ਵਿੱਚ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਪਿਊਸ਼ ਗੋਇਲ ਤੇ ਸੋਮ ਪ੍ਰਕਾਸ਼ ਇਹ ਤਿੰਨੋਂ ਮੰਤਰੀ ਉੱਥੇ ਮੌਜੂਦ ਨੇ। ਅਲੱਗ ਤੋਂ ਦੂਜੇ ਕਮਰੇ ਦੇ ਵਿੱਚ ਉਹਨਾਂ ਦੇ ਵੱਲੋਂ ਮੀਟਿੰਗ ਕੀਤੀ ਜਾ ਰਹੀ ਹੈ ਮੁਲਾਕਾਤ ਕੀਤੀ ਜਾ ਰਹੀ ਹੈ। ਵੱਡੀ ਖਬਰ ਇਸ ਸਮੇਂ ਇੱਕ ਵਾਰ ਫਿਰ ਤੋਂ ਲੰਚ ਤੋਂ ਬਾਅਦ ਮੁੜ ਤੋਂ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਸੈਕਿੰਡ ਰਾਊਂਡ ਦੀ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਤਕਰੀਬਨ 2 ਘੰਟੇ ਹੋ ਚੱਲੇ ਨੇ ਜਦੋਂ ਵਿਗਿਆਨ ਭਵਨ ਦੇ ਅੰਦਰ ਗਏ ਨੇ ਮੀਟਿੰਗ ਜਾਰੀ ਹੈ ਕਿਸਾਨਾਂ ਦੀ ਕੇਂਦਰ ਦੇ ਨੁਮਾਇੰਦਿਆਂ ਦੇ ਨਾਲ ਕੇਂਦਰ ਦੇ ਮੰਤਰੀਆਂ ਦੇ ਨਾਲ ਤਾਂ ਲੰਚ ਤੋਂ ਬਾਅਦ ਇੱਕ ਵਾਰ ਮੁੜ ਤੋਂ ਮੀਟਿੰਗ ਸ਼ੁਰੂ ਹੋ ਚੁੱਕੀ ਹੈ ਤਾਂ ਕਿ ਅਮਿਤ ਸ਼ਾਹ ਜਾਂ ਫਿਰ ਦੇਸ਼ ਦੇ ਪ੍ਰਧਾਨ ਮੰਤਰੀ ਦੇ ਨਾਲ ਕੋਈ ਗੱਲਬਾਤ ਕਰਕੇ ਵਾਪਸ ਮੁੜੇ ਨੇ ਜਿਹੜੇ ਮੰਤਰੀ ਅਲੱਗ ਕਮਰੇ ਦੇ ਵਿੱਚ ਗਏ ਸੀ ਗੱਲਬਾਤ ਦੇ ਲਈ। ਤਾਂ ਵੱਡੀ ਖਬਰ ਇਸ ਸਮੇਂ 1 ਘੰਟਾ 55 ਮਿੰਟ ਯਾਨੀ ਕਿ ਤਕਰੀਬਨ 2 ਘੰਟੇ ਹੋ ਚਲੇ ਨੇ ਮੀਟਿੰਗ ਜਦੋਂ ਵਿਗਿਆਨ ਭਵਨ ਦੇ ਅੰਦਰ ਗਏ ਸੀ ਮੀਟਿੰਗ ਜਾਰੀ ਨੂੰ ਤੇ ਉਸ ਦੇ ਵਿੱਚ ਛੋਟਾ ਜਿਹਾ ਬ੍ਰੇਕ ਜ਼ਰੂਰ ਲਿਆ ਗਿਆ ਤੇ ਤੁਹਾਨੂੰ ਇਸ ਸਮੇਂ ਵੱਡੀ ਖਬਰ ਦੇ ਰਹੇ ਹਾਂ। ਵੱਡੀ ਖਬਰ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਹੋਏਗੀ ਐਕਸਕਲੂਸਿਵ ਜਾਣਕਾਰੀ ਲੈ ਕੇ ਹਾਜ਼ਰ ਹਾਂ ਸੀ ਐਕਸਕਲੂਸਿਵ ਖਬਰ ਅਗਲੇ ਕੁਝ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਨਿਊਜ਼ 18 ਐਕਸਕਲੂਸਿਵ ਜਾਣਕਾਰੀ ਮੀਟਿੰਗ ਦੇ ਅੰਦਰੋਂ ਲੈ ਕੇ ਆ ਰਿਹਾ ਹੈ। ਕੁਝ ਹੀ ਪਲਾਂ ਦੇ ਵਿੱਚ ਐਕਸਕਲੂਸਿਵ ਜਾਣਕਾਰੀ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਆਏਗੀ ਵਿਗਿਆਨ ਭਵਨ ਤੋਂ ਲਾਈਵ ਅਪਡੇਟ ਵੱਡੀ ਖਬਰ ਕੁਝ ਹੀ ਪਲਾਂ ਦੇ ਵਿੱਚ ਬਹੁਤ ਵੱਡੀ ਜਾਣਕਾਰੀ ਅਸੀਂ ਲੈ ਕੇ ਆ ਰਹੇ ਹਾਂ ਤੁਹਾਡੇ ਲਈ ਕਿਉਂਕਿ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਕਿਸਾਨ ਅੜੇ ਹੋਏ ਨੇ
ਤਾਂ ਕੇਂਦਰੀ ਮੰਤਰੀਆਂ ਨੇ ਵਕਤ ਤੋਂ ਮੀਟਿੰਗ ਕੀਤੀ ਹੈ। ਮੀਟਿੰਗ ਮੁੜ ਤੋਂ ਸ਼ੁਰੂ ਹੋ ਚੁੱਕੀ ਹੈ। ਵੱਡੀ ਖਬਰ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਦੀ ਸਕਰੀਨ ਦੇ ਉੱਤੇ ਹੋਵੇਗੀ। ਐਕਸਕਲੂਸਿਵ ਅਪਡੇਟ ਨਿਊਜ਼ 18 ਪੰਜਾਬ ਦੇ ਕੋਲ ਕੁਝ ਹੀ ਪਲਾਂ 'ਚ ਤੁਹਾਡੀ ਦੀ ਸਕਰੀਨ ਦੇ ਉੱਤੇ ਵੱਡੀ ਖਬਰ। ਲੰਚ ਤੋਂ ਬਾਅਦ ਮੁੜ ਤੋਂ ਮੀਟਿੰਗ ਸ਼ੁਰੂ ਹੋ ਚੁੱਕੀ ਹੈ। ਤਾਂ ਐਕਸਕਲੂਸਿਵ ਅਪਡੇਟ ਕੁਝ ਹੀ ਪਲਾਂ 'ਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ ਅਸੀਂ ਲੈ ਕੇ ਆ ਰਹੇ ਹਾਂ। ਕੇਂਦਰੀ ਮੰਤਰੀਆਂ ਨੇ ਵਕਤ ਤੋਂ ਮੀਟਿੰਗ ਕੀਤੀ ਹੈ, ਪਰ ਐਕਸਕਲੂਸਿਵ ਜਾਣਕਾਰੀ ਇਸ ਸਮੇਂ ਕਿਸਾਨਾਂ ਦੇ ਹਵਾਲੇ ਤੋਂ ਅੰਦਰ ਕਿਸਾਨਾਂ ਦੇ ਕੀ ਇਸ ਸਮੇਂ ਰੁਖ ਨਜ਼ਰ ਆ ਰਿਹਾ, ਉਸ ਦੇ ਨਾਲ ਜੁੜੀ ਹੋਈ ਵੱਡੀ ਖਬਰ ਕੁਝ ਹੀ ਪਲਾਂ ਦੇ ਵਿੱਚ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਤਾਂ ਕਿਸਾਨਾਂ ਦੇ ਨਾਲ ਦੂਜੇ ਗੇੜ ਦੀ ਮੀਟਿੰਗ ਜਾਰੀ ਹੈ। ਤਾਂ ਵੱਡੀ ਐਕਸਕਲੂਸਿਵ ਅਪਡੇਟ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਵਾਕਆਊਟ ਕਰ ਸਕਦੇ ਨੇ ਕਿਸਾਨ। ਕੁਝ ਹੀ ਪਲਾਂ ਦੇ ਵਿੱਚ ਇਹ ਫੈਸਲਾ ਕੁਝ ਕੀਤਾ ਜਾ ਸਕਦਾ ਹੈ। ਕਿਸਾਨਾਂ ਦੇ ਹਵਾਲੇ ਤੋਂ, ਸੂਤਰਾਂ ਦੇ ਹਵਾਲੇ ਤੋਂ ਵੱਡੀ ਖਬਰ ਇਸ ਸਮੇਂ ਸਾਡੇ ਕੋਲ। ਅੰਦਰ ਮੀਟਿੰਗ ਦੇ ਵਿੱਚ ਜੋ ਕਿਸਾਨਾਂ ਦਾ ਇਸ ਸਮੇਂ ਰੁਖ ਨਜ਼ਰ ਆ ਰਿਹਾ ਹੈ, ਐਕਸਕਲੂਸਿਵ ਅਪਡੇਟ ਹੈ। ਵਾਕਆਊਟ ਕੀਤਾ ਜਾ ਸਕਦਾ ਹੈ ਮੀਟਿੰਗ ਤੋਂ ਕਿਸਾਨਾਂ ਦੇ ਵੱਲੋਂ, ਕਿਉਂਕਿ ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਕਿਸਾਨ ਅੜੇ ਹੋਏ ਨੇ। ਸਰਕਾਰ ਕਾਨੂੰਨ ਰੱਦ ਨਾ ਕਰਨ ਦੀ ਮੰਗ ਦੇ ਉੱਤੇ ਅੜੀ ਹੋਈ ਹੈ। ਸਰਕਾਰ ਕਹਿ ਰਹੀ ਹੈ ਕਿ ਅਸੀਂ ਮੰਗ ਇਹ ਨਹੀਂ ਮੰਨਾਂਗੇ, ਰੱਦ ਨਹੀਂ ਕਰਾਂਗੇ ਕਾਨੂੰਨ, ਅਮੈਂਡਮੈਂਟ ਕਰ ਸਕਦੇ ਹਾਂ। ਪਰ ਦੂਜੇ ਪਾਸੇ ਕਿਸਾਨ ਅੜੇ ਹੋਏ ਨੇ ਕਿ ਰੱਦ ਕੀਤੇ ਜਾਣ ਕਾਨੂੰਨ। ਲੰਚ ਤੋਂ ਬਾਅਦ ਮੀਟਿੰਗ ਮੁੜ ਤੋਂ ਸ਼ੁਰੂ ਹੋਈ ਹੈ, ਪਰ ਲੰਚ ਦੇ ਦੌਰਾਨ ਕਿਸਾਨਾਂ ਨੇ ਵੀ ਆਪਸ ਦੇ ਵਿੱਚ ਗੱਲਬਾਤ ਕੀਤੀ ਹੈ। ਉਸ ਬ੍ਰੇਕ ਦੇ ਦੌਰਾਨ ਰੋਟੀ ਖਾਂਦੇ ਸਮੇਂ, ਦੁਪਹਿਰ ਦਾ ਖਾਣਾ ਖਾਂਦੇ ਸਮੇਂ ਆਪਸ ਦੇ ਵਿੱਚ ਵੀ ਗੱਲਬਾਤ ਹੋਈ ਹੈ। ਵੱਡੀ ਖਬਰ ਤੁਹਾਡੀ ਟੀਵੀ ਸਕਰੀਨ ਦੇ ਉੱਤੇ। ਵਾਕਆਊਟ ਕੀਤਾ ਜਾ ਸਕਦਾ ਹੈ ਕਿਸਾਨਾਂ ਦੇ ਵੱਲੋਂ ਇਸ ਮੀਟਿੰਗ ਦਾ। ਵਾਕਆਊਟ ਦਾ ਮਤਲਬ ਹੁੰਦਾ ਹੈ ਕਿ ਮੀਟਿੰਗ ਜਦੋਂ ਖਤਮ ਹੁੰਦੀ ਹੈ, ਇੱਕ ਮੀਟਿੰਗ ਵਿਚਾਲੇ ਛੱਡਣਾ, ਯਾਨੀ ਕਿ ਵਿਚਾਲੇ ਛੱਡਣ ਦਾ, ਮੀਟਿੰਗ ਵਿਚਾਲੇ ਛੱਡਣ ਦਾ ਫੈਸਲਾ ਕਿਸਾਨਾਂ ਦੇ ਵੱਲੋਂ ਕੀਤਾ ਜਾ ਸਕਦਾ ਹੈ। ਇਹ ਵੱਡੀ ਖਬਰ ਹੈ ਇਸ ਸਮੇਂ ਦੀ। ਕਾਨੂੰਨ ਰੱਦ ਕਰਨ ਦੀ ਮੰਗ ਦੇ ਉੱਤੇ ਕਿਸਾਨ ਅੜੇ ਹੋਏ ਨੇ। ਕਿਸਾਨ ਦੋ ਟੁਕ ਕਹਿ ਰਹੇ ਨੇ ਕਿ ਕੋਈ ਅੱਗੇ ਪਿੱਛੇ ਦੀ ਗੱਲ ਨਹੀਂ, ਕੋਈ ਸੋਧ ਅਮੈਂਡਮੈਂਟ ਦਾ ਜ਼ਿਕਰ ਨਹੀਂ, ਬਦਲ ਦਾਂਗੇ, ਕਰ ਦਾਂਗੇ, ਕੋਈ ਅਜਿਹਾ ਭਰੋਸਾ ਨਹੀਂ, ਕਮੇਟੀ ਬਿਠਾ ਦਾਂਗੇ, ਕਮੇਟੀ ਕੋਲ ਭੇਜ ਦਾਂਗੇ, ਤੁਹਾਨੂੰ ਸ਼ਾਮਿਲ ਕਰ ਲਾਂਗੇ, ਇਸ ਤਰ੍ਹਾਂ ਦਾ ਕੋਈ ਸਾਨੂੰ ਭਰੋਸਾ ਨਹੀਂ ਚਾਹੀਦਾ। ਤੇ ਇੱਕੋ ਮੰਗ ਕਿ ਕਾਨੂੰਨ ਤੁਸੀਂ ਰੱਦ ਕਰੋ, ਕਾਨੂੰਨ ਵਾਪਸ ਲਵੋ। ਮੈਂ ਕੋਸ਼ਿਸ਼ ਕਰਦਾ ਇੱਕ ਵਾਰ ਫਿਰ ਤੋਂ ਪੰਕਜ ਕਪਾਹੀ ਦਾ ਰੁਖ ਕਰਨ ਦੀ। ਇਸ ਸਮੇਂ ਤੁਹਾਨੂੰ ਦੱਸ ਦਈਏ ਕਿ ਠੀਕ 2 ਘੰਟੇ ਹੋ ਚੱਲੇ ਨੇ, ਮੀਟਿੰਗ ਜਾਰੀ ਹੈ। ਵਿਚਾਲੇ 15 ਮਿੰਟ ਦੀ ਬ੍ਰੇਕ ਜ਼ਰੂਰ ਸੀ। ਪੰਕਜ, ਜੇਕਰ ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਹੈ, ਵਾਕਆਊਟ ਨੂੰ ਲੈ ਕੇ ਕੀ ਕੁਝ ਤੁਹਾਡੇ ਕੋਲ ਜਾਣਕਾਰੀ ਹੈ? ਜੋ ਸੂਤਰ ਸਾਨੂੰ ਦੱਸ ਰਹੇ ਨੇ ਇਸ ਸਮੇਂ ਕਿ ਵਿਗਿਆਨ ਭਵਨ ਦੇ ਵਿੱਚ ਵਾਕਆਊਟ ਵੀ ਕੀਤਾ ਜਾ ਸਕਦਾ ਹੈ ਕਿਸਾਨਾਂ ਵੱਲੋਂ ਮੀਟਿੰਗ ਦਾ। ਬਿਲकुल गौरव, लगातार ਅਸੀਂ ਇਹੀ ਜਾਣਕਾਰੀ ਦੇ ਰਹੇ ਹਾਂ ਕਿ ਕਿਸਾਨ ਕਹਿ ਰਹੇ ਨੇ ਕਿ ਅਗਰ ਕਾਨੂੰਨ ਵਾਪਸ ਨਹੀਂ ਲੈਣੇ ਤਾਂ ਫਿਰ ਮੀਟਿੰਗ ਖਤਮ ਕਰੋ। ਅਸੀਂ ਵਾਕਆਊਟ ਕਰਕੇ ਅਸੀਂ ਚੱਲੇ ਹਾਂ, ਅਸੀਂ ਅੰਦੋਲਨ 'ਚ ਚੱਲੇ ਹਾਂ। ਅਸੀਂ ਤੁਹਾਡੇ ਇੱਥੇ 6 ਤੋਂ 7 ਘੰਟੇ ਖਰਾਬ ਕਰਨ ਨਹੀਂ ਆਏ। ਹਰ ਵਾਰ ਮੀਟਿੰਗ 'ਚ ਤੁਸੀਂ ਆਪਣੀ ਗੱਲ ਸਮਝਾਉਂਦੇ ਹੋ, ਅਸੀਂ ਆਪਣੀ ਗੱਲ ਸਮਝਾਉਂਦੇ ਹਾਂ। ਸਾਨੂੰ ਤੁਹਾਡੇ ਨਵੇਂ ਕਾਨੂੰਨ ਨਹੀਂ ਚਾਹੀਦੇ, ਤੁਹਾਡੇ ਨਵੇਂ ਫਾਇਦੇ ਨਹੀਂ ਚਾਹੀਦੇ, 2-4 ਸੰਸ਼ੋਧਨ ਨਹੀਂ ਚਾਹੀਦੇ। ਅਗਰ ਕਾਨੂੰਨ ਵਾਪਸ ਹੋਏਗਾ ਤਾਂ ਹੀ ਸਾਡਾ ਅੰਦੋਲਨ ਖਤਮ ਹੋਏਗਾ, ਨਹੀਂ ਤਾਂ ਅਸੀਂ ਉੱਠ ਕੇ ਚੱਲੇ ਹਾਂ। ਮੀਟਿੰਗ ਅੰਦਰ ਚੱਲ ਰਹੀ ਹੈ, ਮੀਟਿੰਗ ਅੰਦਰ ਚੱਲ ਰਹੀ ਹੈ ਔਰ ਕਿਸੇ ਵੇਲੇ ਵੀ ਮੀਟਿੰਗ ਖਤਮ ਹੋ ਸਕਦੀ ਹੈ। ਕਿਸੇ ਵੇਲੇ ਵੀ ਵਾਕਆਊਟ ਕਿਸਾਨ ਜਿਹੜੇ ਨੇ ਉਹ ਕਰਕੇ ਆ ਸਕਦੇ ਨੇ, ਕਿਉਂਕਿ ਕਿਸਾਨਾਂ ਨੇ ਆਪਣਾ ਰੁਖ ਸਾਫ਼ ਕਰ ਦਿੱਤਾ। ਕਿਸਾਨਾਂ ਦਾ ਕਹਿਣਾ ਹੈ ਕਿ ਹੁਣ ਅੱਗੇ ਗੱਲਬਾਤ ਤਾਂ ਹੀ ਚੱਲੇਗੀ ਜਦੋਂ ਤੁਸੀਂ ਵਾਕਆਊਟ, ਤੁਸੀਂ ਕਾਨੂੰਨ ਵਾਪਸ ਲੈਣ ਦੀ ਗੱਲ ਕਹੋਗੇ, ਨਹੀਂ ਤਾਂ ਗੱਲਬਾਤ ਕਰਨ ਦਾ ਕੋਈ ਫਾਇਦਾ ਨਹੀਂ ਹੈ। ਗੱਲਬਾਤ ਕਰਦੇ ਆ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਵੱਲੋਂ। ਲੇਟੈਸਟ ਕੋਈ ਅਪਡੇਟ ਆਈ ਲੰਚ ਖਤਮ ਹੋਣ ਤੋਂ ਬਾਅਦ ਸੈਕਿੰਡ ਰਾਊਂਡ ਦੀ ਮੀਟਿੰਗ, ਜਾਣਕਾਰੀ ਇਹ ਵੀ ਮਿਲਦੀ ਕਿ ਵਾਕਆਊਟ ਕੀਤਾ ਜਾ ਸਕਦਾ ਹੈ। ਦੇਖੋ, ਵਾਕਆਊਟ ਤਾਂ ਇਸ ਗੱਲ 'ਚੋਂ ਸੰਕੇਤ ਮਿਲਦੇ ਨੇ ਕਿਉਂਕਿ ਸਾਡੇ ਆਗੂਆਂ ਨੇ ਪਹਿਲਾਂ ਕਾਫੀ ਚਰਚਾ ਦੇ ਵਿੱਚ ਇਹ ਕੇਂਦਰ ਸਰਕਾਰ ਨੂੰ ਸਾਰੀ ਗੱਲ ਹੈ ਜਿਹੜੀ ਉਹ ਕਲੀਅਰ ਕੱਟ ਦੱਸ ਦਿੱਤੀ ਹੈ ਕਿ ਸਾਡੀਆਂ ਜਥੇਬੰਦੀਆਂ ਦਾ ਹੈ ਕਿ ਤੁਸੀਂ ਤਿੰਨੇ ਕਾਨੂੰਨਾਂ ਨੂੰ ਵਾਪਸ ਲਓ। ਬਿਜਲੀ ਬਿੱਲ 2020 ਨੂੰ ਵਾਪਸ ਲਓ, ਨਾਲ ਦੀ ਨਾਲ ਜਿਹੜਾ ਪਰਾਲੀ ਵਾਲਾ ਬਿੱਲ ਹੈ ਉਹਨੂੰ ਵਾਪਸ ਲਓ। ਇਹਦੇ ਵਿੱਚ ਵਿਚਾਲੇ ਵਾਲਾ ਜਿਹੜਾ ਰਸਤਾ ਹੈ ਉਹ ਰਸਤੇ ਦੇ ਉੱਤੇ ਅਸੀਂ ਸਹਿਮਤ ਨਹੀਂ, ਕਿਉਂਕਿ ਨਗੂਣੀਆਂ ਸੋਧਾਂ ਨਾਲ ਇਹ ਕਾਨੂੰਨ ਨੇ ਖਤਮ ਨਹੀਂ ਹੋਣਾ। ਇਹ ਕਾਨੂੰਨ ਹੈ ਜਿਹੜਾ ਜਿੰਨਾ ਚਿਰ ਖਤਮ ਨਹੀਂ ਹੁੰਦਾ ਉਹਨਾਂ ਚਿਰ ਅਸੀਂ ਲੜਾਈ ਹੈ ਜਿਹੜੀ ਉਹ ਲੜਾਂਗੇ। ਇਹ ਆਉਂਦੇ ਦਿਨਾਂ ਦੇ ਅੰਦਰ ਕੇਂਦਰ ਸਰਕਾਰ ਨੂੰ ਝੁਕਣ ਲਈ ਮਜਬੂਰ ਵੀ ਕਰਾਂਗੇ। ਯਾਨੀ ਕਿ ਵਾਕਆਊਟ ਕੀਤਾ ਜਾ ਸਕਦਾ ਹੈ ਅਗਰ ਕਿਸਾਨਾਂ ਨੂੰ ਇਹ ਕਹਿ ਦਿੱਤਾ ਜਾਂਦਾ ਹੈ ਕਿ ਨਹੀਂ ਸੋਧ ਕਰਨ ਲਈ ਰੁਕੋ, ਅਸੀਂ ਗੱਲਬਾਤ ਕਰ ਰਹੇ ਹਾਂ। ਉਹ ਜਾਣਕਾਰੀ ਵੀ ਮਿਲ ਰਹੀ ਹੈ ਕਿ ਤਿੰਨੇ ਮੰਤਰੀ ਅਲੱਗ ਤੋਂ ਮੀਟਿੰਗ ਕਰ ਰਹੇ ਨੇ। ਦੇਖੋ, ਸੋਧ ਵਾਲੀ ਗੱਲ ਨੂੰ ਤਾਂ ਬਿਲਕੁਲ ਜਥੇਬੰਦੀਆਂ ਨੇ ਰੱਦ ਕਰ ਦਿੱਤਾ ਪਹਿਲੇ ਰਾਉਂਡ ਦੀ ਗੱਲਬਾਤ ਦੇ ਵਿੱਚ ਹੀ।
ਜੇ ਸੋਧ ਵਾਲੀ ਗੱਲ ਦੁਬਾਰੇ ਕਰਨਗੇ ਫਿਰ ਗੱਲ ਕਰਨ ਦਾ ਤਾਂ ਕੋਈ ਮਤਲਬ ਨਹੀਂ ਰਹਿ ਜਾਂਦਾ, ਫਿਰ ਉੱਠ ਕੇ ਬਾਹਰ ਆ ਜਾਣਾ। ਆਉਣਾ ਹੀ ਪੈਣਾ, ਆ ਕੇ ਤਿਆਰੀ ਕਰਨੀ ਪੈਣੀ। ਅਸੀਂ ਪਹਿਲਾਂ ਵੀ ਤਿਆਰੀ 'ਚ ਲੱਗੇ ਹੋਏ ਆ, ਸਾਨੂੰ ਪਤਾ ਹੈ ਕੇਂਦਰ ਸਰਕਾਰ ਦਾ ਵੀ ਇਹ ਕਾਰਪੋਰੇਟ ਘਰਾਣਿਆਂ ਦੀ ਪੱਕੀ ਹੈ। ਤਿਆਰੀ ਕਿਸ ਤਰੀਕੇ ਦੀ ਕਰਨੀ ਪਏਗੀ? ਤਿਆਰੀ ਇਹ ਕਰਨੀ ਪੈਗੀ, ਇਹ ਅੰਦੋਲਨ ਨੂੰ ਵੱਡਾ ਕਰਨਾ ਪਏਗਾ। ਜਿੱਡੀ ਵੱਡੀ ਸਪੋਰਟ ਸਾਨੂੰ ਲੋਕ ਦੇ ਰਹੇ ਨੇ, ਇਹ ਅੰਦੋਲਨ ਦਾ ਘੇਰਾ ਸੀ, ਅੰਦੋਲਨ ਹੋਰ ਵੱਡਾ ਹੋਏਗਾ, ਬਿਲਕੁਲ ਵੱਡਾ ਹੋਏਗਾ। ਇਹ ਸਾਡੇ ਦੇਸ਼ ਨੂੰ ਬਚਾਉਣ ਦੀ ਲੜਾਈ ਹੈ, ਕਿਸਾਨੀ ਦੀ ਹੋਂਦ ਨੂੰ ਬਚਾਉਣ ਦੀ ਲੜਾਈ ਹੈ। ਮਜ਼ਦੂਰਾਂ ਨੂੰ ਜਿਹੜੀ ਉਹ ਸਬਸਿਡੀ ਤੇ ਕਣਕ ਮਿਲਦੀ ਹੈ, ਸਸਤਾ ਅਨਾਜ ਮਿਲਦਾ ਜਨਤਕ ਵੰਡ ਪ੍ਰਣਾਲੀ ਸਰਕਾਰ ਦਾ ਰਵੱਈਆ ਹੁਣ ਤੱਕ ਦਾ ਮੀਟਿੰਗ 'ਚ ਕਿਹੋ ਜਿਹਾ ਲੱਗ ਰਿਹਾ? ਇਹ ਰਵੱਈਆ ਤਾਂ ਸਰਕਾਰ ਦਾ ਦੇਖੋ ਦਬਾਅ ਵਾਲਾ ਤਾਂ ਹੈ। ਦਾਬ ਤਾਂ ਕਿਸਾਨ ਅੰਦੋਲਨ ਦੀ ਦੇਸ਼ ਵਿਆਪੀ ਜਿਹੜਾ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਹੈ, ਪੰਜਾਬ ਦੇ ਵਿੱਚ ਚੱਲ ਰਿਹਾ ਹੈ, ਜਾਂ ਵਿਦੇਸ਼ਾਂ ਦੀ ਧਰਤੀ ਤੇ ਬੈਠੇ ਸਾਡੇ ਸਾਥੀ ਮੁਜ਼ਾਹਰੇ ਕਰ ਰਹੇ ਨੇ, ਸਾਡੀ ਸਪੋਰਟ ਕਰ ਰਹੇ ਨੇ, ਉਸ ਗੱਲ ਦੀ ਦਾਬ ਤਾਂ ਹੈ। ਪਰ ਦੂਜੇ ਪਾਸੇ ਕਾਰਪੋਰੇਟ ਘਰਾਣਿਆਂ ਨਾਲ ਨਰਿੰਦਰ ਮੋਦੀ ਦੀ ਸਰਕਾਰ ਦੇ ਜ਼ਿਆਦਾ ਹਿੱਤ ਨੇ। ਲੱਗ ਰਿਹਾ ਕਿ ਕਾਨੂੰਨ ਵਾਪਸ ਲੈਣ ਦੇ ਮੋਰਚ ਨਜ਼ਰ ਆ ਰਹੀ ਹੈ। ਅੱਜ ਪ੍ਰਧਾਨ ਮੰਤਰੀ ਨੇ ਖੁਦ ਮੀਟਿੰਗ ਕੀਤੀ, ਪ੍ਰਧਾਨ ਮੰਤਰੀ ਅਮਿਤ ਸ਼ਾਹ, ਨਰਿੰਦਰ ਸਿੰਘ ਤੋਮਰ, ਸਾਰਿਆਂ ਨਾਲ ਮੁਲਾਕਾਤ ਕੀਤੀ। ਉਸ ਮੀਟਿੰਗ ਨੂੰ ਕਿਸ ਤਰੀਕੇ ਨਾਲ ਸਮਝਦੇ ਹੋ? ਔਰ ਹੁਣ ਵੀ ਜਾਣਕਾਰੀ ਮਿਲ ਰਹੀ ਹੈ ਕਿ ਅਮਿਤ ਸ਼ਾਹ ਔਰ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦਿੱਤੀ ਜਾ ਰਹੀ ਤਿੰਨੋਂ ਮੰਤਰੀਆਂ ਵੱਲੋਂ। ਦੇਖੋ ਸਾਨੂੰ ਜਿੱਥੋਂ ਤੱਕ ਲੱਗਦੀ ਹੈ ਗੱਲ ਵੀ ਹਾਲੇ ਇਹ ਜਿਹੜੇ ਕਾਨੂੰਨ ਨੇ ਤਿੰਨੇ, ਇਹਨਾਂ ਨੂੰ ਰੱਦ ਕਰਨ ਵਾਲੇ ਮੂਡ 'ਚ ਸਰਕਾਰ ਸਾਨੂੰ ਦਿਖਾਈ ਨਹੀਂ ਦਿੰਦੀ, ਕਿਉਂਕਿ ਇਹ ਬਾਰ-ਬਾਰ ਉਸੇ ਗੱਲ ਤੇ ਆ ਰਹੀ ਹੈ ਕੇਂਦਰ ਸਰਕਾਰ ਕਿ ਚਰਚਾ ਕਰ ਲਓ, ਇਹਦੇ 'ਚ ਸੋਧ ਕਰ ਦਿੰਦੇ ਆ। ਇਹਦਾ ਮਤਲਬ ਕੇਂਦਰ ਸਰਕਾਰ ਦਾ ਇਹ ਹੈ ਵੀ ਲੰਬਾ ਸਮਾਂ ਐਸੇ ਤਰ੍ਹਾਂ ਹੀ ਮੀਟਿੰਗਾਂ ਦਾ ਦੌਰ ਸ਼ੁਰੂ ਰੱਖੀਏ। ਦੂਜੇ ਪਾਸੇ ਅਸੀਂ ਜਿਹੜਾ ਹਾਲਾਤ ਨੂੰ ਦੇਖ ਕੇ ਆਏ ਆਉਂਦੇ ਹੋਏ ਕਿ ਦਿੱਲੀ ਦੇ ਆਲੇ-ਦੁਆਲੇ ਜਿਹੜੀਆਂ ਸੜਕਾਂ ਅਸੀਂ ਰੋਕੀਆਂ ਨਹੀਂ, ਉਹਨਾਂ ਸੜਕਾਂ ਨੂੰ ਰੋਕ ਕੇ ਸਾਡੇ ਭਾਈਚਾਰੇ ਦੇ ਨਾਲ ਸਾਡਾ ਬਿਲਕੁਲ ਨਜਾਇਜ਼ ਤੌਰ ਤੇ ਇਸ ਤਰ੍ਹਾਂ ਵਿਰੋਧ ਪਾਉਣ ਦੀ ਤਾਂਘ ਦੇ ਵਿੱਚ ਹੈ, ਅੰਦੋਲਨ ਨੂੰ ਫੇਲ ਕਰਨ ਦੀ ਤਾਂਘ ਵਿੱਚ ਹੈ ਕੇਂਦਰ ਸਰਕਾਰ। ਕਿਉਂਕਿ ਉਹਨਾਂ ਨੂੰ ਅੱਜ ਦੀ ਮੀਟਿੰਗ ਦੇ ਬੇਸਿੱਟਾ ਰਹਿੰਦੀ ਵਾਕਆਊਟ ਕਰ ਦਿੱਤਾ ਜਾਂਦਾ, ਦੁਬਾਰਾ ਮੀਟਿੰਗ ਕੀਤੀ ਜਾਏਗੀ ਜਾਂ ਫਿਰ ਇਸ ਤੋਂ ਬਾਅਦ ਕੇਂਦਰ ਸਰਕਾਰ ਨਾਲ ਕੋਈ ਗੱਲਬਾਤ ਨਹੀਂ ਕੀਤੀ ਜਾਏਗੀ? ਦੇਖੋ ਗੱਲਬਾਤ ਦਾ ਮਾਹੌਲ ਹੈ ਜਿਹੜਾ ਉਹ ਸਾਡੀਆਂ ਸਾਰੀਆਂ ਜਥੇਬੰਦੀਆਂ ਜਿਵੇਂ ਫੈਸਲਾ ਕਰਨਗੀਆਂ, ਉਸ ਤੋਂ ਬਾਅਦ ਕੋਈ ਸੱਦਾ ਆਊਗਾ ਉਹ ਉਵੇਂ ਅਸੀਂ ਕਰਾਂਗੇ। ਗੱਲਬਾਤ ਤੋਂ ਨਹੀਂ ਭੱਜਦੇ, ਕਿਉਂਕਿ ਗੱਲਬਾਤ ਕਰਨੀ ਜ਼ਰੂਰੀ ਹੈ, ਪਰ ਨਾਲ ਦੀ ਨਾਲ ਕੇਂਦਰ ਸਰਕਾਰ ਜਿਹੜੀ ਗੱਲਬਾਤ ਲੈ ਕੇ ਆਉਂਦੀ ਹੈ ਉਹ ਠੋਸ ਹੋਵੇ ਕਿ ਅਸੀਂ ਆਹ ਕਰ ਰਹੇ ਹਾਂ, ਨਹੀਂ ਕਰ ਰਹੇ। ਆਹ ਕੀ ਹੋਇਆ ਕਿ 5ਵੀਂ ਮੀਟਿੰਗ ਹੈ ਜਿਹੜੀ ਹੁਣ ਹੋ ਰਹੀ ਹੈ, 5ਵੀਂ ਮੀਟਿੰਗ ਦੇ ਵਿੱਚ ਵੀ ਸਰਕਾਰ ਦੀ ਟਿਊਨ ਹੈ ਜਿਹੜੀ ਉਹ ਵਾਰ-ਵਾਰ ਕੇ ਇਹਦੇ ਵਿੱਚ ਸੋਧ ਕਰ ਦਿੰਦੇ ਆ। ਜੇ ਕਰ ਦਿੰਦੇ ਆ ਮਾਮੂਲੀ ਰਿਆਤਾਂ ਦੇ ਨਾਲ ਸਰਕਾਰ ਹੈ ਜਿਹੜੀ ਉਹ ਇਹਨਾਂ ਕਾਨੂੰਨਾਂ ਨੂੰ ਐਸੇ ਤਰ੍ਹਾਂ ਰੱਖਣਾ ਚਾਹੁੰਦੀ ਹੈ ਕਿ ਇਹਦੇ ਵਿੱਚ ਸੋਧ ਕਰਕੇ ਕੋਈ ਮਾਮੂਲੀ ਫਰਕ ਹੈ ਜਿਹੜਾ ਪਾ ਕੇ ਅੰਦੋਲਨ ਨੂੰ ਵਾਪਸ ਕਰਾ ਦਈਏ। ਪਰ ਅਸੀਂ ਇਹ ਸਾਫ਼ ਕਹਿਣਾ ਚਾਹੁੰਦੇ ਹਾਂ ਕਿ ਐਂ ਅੰਦੋਲਨ ਵਾਪਸ ਨਹੀਂ ਹੁੰਦੇ। ਇਹ ਅੰਦੋਲਨ ਉਹਦੀ ਵਾਪਸ ਹੋਵੇਗਾ ਜਦੋਂ ਇਹ ਕਾਲੇ ਕਾਨੂੰਨ ਰੱਦ ਹੋਣਗੇ, ਬਿਜਲੀ ਬਿੱਲ 2020 ਵਾਪਸ ਹੋਣਗੇ। ਅਜੇ ਤਸਵੀਰਾਂ ਦਿਖਾਉਂਦੇ ਰਹੋ ਵਿਗਿਆਨ ਭਵਨ ਦੇ ਬਾਹਰ ਦੀਆਂ ਤਸਵੀਰਾਂ ਨੇ। ਵਿਗਿਆਨ ਭਵਨ ਦੇ ਬਾਹਰ ਨਿਊਜ਼ 18 ਪੰਜਾਬ ਦੀ ਟੀਮ ਡਟੀ ਹੋਈ ਹੈ। ਲਗਾਤਾਰ ਇੱਕ ਤਸਵੀਰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਨਾਲ ਸੁਰੱਖਿਆ ਇੱਥੇ ਵਧਾਈ ਗਈ ਹੈ, ਕਿਸ ਤਰੀਕੇ ਨਾਲ ਇੱਥੇ ਬੈਰੀਕੇਡਿੰਗ ਕੀਤੀ ਹੋਈ ਹੈ, ਕਿਉਂਕਿ ਮੀਟਿੰਗ ਵਾਕਆਊਟ ਕਰ ਸਕਦੇ ਨੇ ਕਿਸਾਨ ਵਾਕਆਊਟ ਕਰ ਸਕਦੇ ਨੇ। ਇਹ ਜਾਣਕਾਰੀ ਮਿਲ ਰਹੀ ਹੈ ਕਿਉਂਕਿ ਕਿਸਾਨਾਂ 'ਚ ਗੁੱਸਾ ਹੈ, ਕਿਸਾਨਾਂ 'ਚ ਨਾਰਾਜ਼ਗੀ ਹੈ। ਕਿਸਾਨ ਲਗਾਤਾਰ ਕਹਿ ਰਹੇ ਨੇ ਕਿ ਹੁਣ ਕਾਨੂੰਨ ਵਾਪਸ ਕਰਨੇ ਆ ਤਾਂ ਗੱਲ ਕਰੋ, ਨਹੀਂ ਤਾਂ ਵਾਪਸ ਕਰੋ। ਕੋਈ ਗੱਲਬਾਤ ਹੋਈ ਅੰਦਰੋਂ, ਕੋਈ ਗੱਲਬਾਤ ਹੋਈ, ਲੇਟੈਸਟ ਕੋਈ ਜਾਣਕਾਰੀ ਮਿਲ ਪਈ? ਹਾਲੇ ਕੋਈ ਜਾਣਕਾਰੀ ਨਹੀਂ। ਜਿਹੜੀ ਮੀਡੀਆ ਰਾਹੀਂ ਗੱਲਬਾਤ ਕੋਈ ਵਾਕਆਊਟ ਵੀ ਕਿਹਾ ਜਾ ਰਿਹਾ ਹੈ? ਵਾਕਆਊਟ ਦੀ ਗੱਲ ਕਿਸਾਨਾਂ ਵੱਲੋਂ ਸਹੀ ਸੀ ਵੀ ਜਿਹੜੀ ਤਿੰਨੇ ਬਿੱਲ ਹੈ ਤੇ ਇੱਕ ਜਿਹੜਾ ਬਿਜਲੀ ਦਾ ਬਿੱਲ ਹੈਗਾ ਤੇ ਇੱਕ ਪੋਲੂਸ਼ਨ ਜੋ ਜਿਹੜਾ ਪਰਾਲੀ ਨੂੰ ਅੱਗ ਲਾਉਣ ਤੇ ਕੀਤਾ ਗਿਆ, ਉਦੋਂ ਘੱਟ ਕਿਸਾਨ ਜਥੇਬੰਦੀਆਂ ਨੇ ਗੱਲ ਹੀ ਨਹੀਂ ਕਰਨੀ, ਕਿਉਂ ਬਾਰ-ਬਾਰ ਗੱਲ ਕੀਤੀ ਜਾ ਸਕੀ। ਐਡਾ ਵੱਡਾ ਅੰਤਰਰਾਸ਼ਟਰੀ ਪੱਧਰ ਤੇ ਸਾਡਾ ਐਜੀਟੇਸ਼ਨ ਹੋ ਚੁੱਕਿਆ ਹੈ ਤੇ ਜੇ ਕੋਈ ਜਿਹੜੀ ਹੈਗੇ ਕਿਸਾਨ ਜਥੇਬੰਦੀਆਂ ਸਾਡੇ 40 ਸਾਲ ਪੁਰਾਣੇ ਆਗੂ ਹੈਗੇ ਆ, ਉਹ ਪੂਰੇ ਇਸ ਗੱਲ ਤੇ ਡਟੇ ਹੋਏ ਆ ਵੀ ਸਰਕਾਰ ਜਾਂ ਤਾਂ ਬਿੱਲ ਵਾਪਸ ਲਵੇ, ਉਦੋਂ ਘੱਟ ਅਸੀਂ ਕੋਈ ਗੱਲਬਾਤ ਨਹੀਂ ਕੋਈ ਗੱਲਬਾਤ ਹੋ ਸਕੀ? ਤੁਹਾਡੀ ਕੋਈ ਗੱਲਬਾਤ ਹੋਈ? ਕਿਉਂਕਿ ਵਾਕਆਊਟ ਕਰਨ ਦੀ ਸਿਚੁਏਸ਼ਨ ਬਣ ਗਈ ਸੀ, ਲੇਕਿਨ ਉਸ ਤੋਂ ਬਾਅਦ ਲੰਚ ਹੋ ਗਿਆ। ਲੰਚ ਤੋਂ ਬਾਅਦ ਤਿੰਨੇ ਮੰਤਰੀ ਆਪਸ 'ਚ ਅਲੱਗ ਤੋਂ ਗੱਲ ਕਰ ਰਹੇ ਨੇ। ਕੋਈ ਗੱਲਬਾਤ ਨਹੀਂ ਹੋਈ। ਜੋ ਉਦੋਂ ਗੱਲ ਟੁੱਟ ਗਈ ਸੀਗੀ, ਬਾਈਕਾਟ ਕਰਤਾ ਸੀ ਕਿਸਾਨਾਂ ਨੇ। ਫਿਰ ਕਿਸਾਨਾਂ ਦੇ ਮੂਹਰੇ ਹੱਥ ਬੰਨ੍ਹ ਕੇ ਮੰਤਰੀਆਂ ਨੇ ਰੋਕਿਆ ਵੀ ਬੈਠੋ ਤੁਸੀਂ ਗੱਲ ਕਰੋ। ਚੱਲ ਬੈਠ ਗਏ। ਹੁਣ ਜੋ ਗੱਲਬਾਤ ਹੋਊਗੀ ਉਹ ਬਾਹਰ ਆਊਗੀ ਤਾਂ ਪਤਾ ਲੱਗੂਗਾ। ਤਾਂ ਗੌਰਵ, ਜੋ ਵੀ ਲੇਟੈਸਟ ਅਪਡੇਟ ਆਂਦੀ ਹੈ ਇੱਕ ਇੱਕ ਕਰਕੇ ਤੁਹਾਡੇ ਤੱਕ ਪਹੁੰਚਾਵਾਂਗੇ। ਲੇਟੈਸਟ ਅਪਡੇਟ ਇਹੀ ਹੈ ਕਿ ਤਿੰਨੇ ਮੰਤਰੀ ਅਲੱਗ ਤੋਂ ਕਮਰੇ 'ਚ ਗੱਲਬਾਤ ਕਰ ਰਹੇ ਨੇ। ਸ਼ਾਇਦ ਅਮਿਤ ਸ਼ਾਹ ਜਾਂ ਪ੍ਰਧਾਨ ਮੰਤਰੀ ਨੂੰ ਜਾਣਕਾਰੀ ਦੇ ਰਹੇ ਨੇ ਇੱਕ ਕਿਵੇਂ ਕਿਸਾਨ ਕੀ ਸੋਚ ਰਹੇ ਨੇ। ਔਰ ਇਸ ਵੇਲੇ ਜਾਣਕਾਰੀ ਇਹ ਮਿਲ ਰਹੀ ਹੈ ਕਿ ਕਿਸਾਨਾਂ ਨੇ ਸਰਕਾਰ ਨੂੰ ਸਾਫ਼ ਕਹਿ ਦਿੱਤਾ ਹੈ ਕਿ ਠੋਸ ਜਵਾਬ, ਉਹ ਕਹਿ ਰਹੇ ਨੇ ਕਿ ਠੋਸ ਜਵਾਬ ਦੇਵੇ ਸਰਕਾਰ, ਠੋਸ ਜਵਾਬ ਦੇਵੇ, ਲਿਖਤੀ ਤੌਰ ਤੇ ਜਵਾਬ ਦੇਵੇ। ਚਰਚਾ ਬੇਹੱਦ ਹੋ ਚੁੱਕੀ ਹੈ, ਹੁਣ ਚਰਚਾ ਕਰਨ ਦੀ ਜ਼ਰੂਰਤ ਨਹੀਂ ਹੈ, ਹੁਣ ਠੋਸ ਜਵਾਬ ਜਿਹੜਾ ਉਹ ਸਰਕਾਰ ਦੇਵੇ। ਇਹ ਇਸ ਵੇਲੇ ਦੀ ਜਾਣਕਾਰੀ ਮਿਲ ਰਹੀ ਹੈ ਗੌਰਵ ਕਿ ਸਰਕਾਰ ਨੂੰ ਕਿਸਾਨਾਂ ਨੇ ਦੋ ਟੁਕ ਕਹਿ ਦਿੱਤਾ ਹੈ। ਕਿਸਾਨਾਂ ਨੇ ਦੋ ਟੁਕ ਕਹਿ ਦਿੱਤਾ ਹੈ ਕਿ ਹੁਣ ਚਰਚਾ ਨਹੀਂ ਕਰਾਂਗੇ, ਹੁਣ ਠੋਸ ਜਵਾਬ ਸਰਕਾਰ ਦੇਵੇ। ਇਸ ਤੋਂ ਉੱਤੇ ਕੋਈ ਗੱਲਬਾਤ ਜਿਹੜੀ ਹੈ ਉਹ ਨਹੀਂ ਕੀਤੀ ਜਾਏਗੀ। ਇਸ ਵੇਲੇ ਇਹ ਸੋਰਸਿਸ ਦੇ ਹਵਾਲੇ ਤੋਂ ਜਾਣਕਾਰੀ ਮਿਲ ਰਹੀ ਹੈ ਗੌਰਵ। ਤਾਂ ਵੱਡੀ ਖਬਰ ਅਸੀਂ ਦੇ ਰਹੇ ਹਾਂ ਆਪਣੇ ਦਰਸ਼ਕਾਂ ਨੂੰ। ਇਸ ਸਮੇਂ ਸੋਰਸਿਸ ਦੇ ਹਵਾਲੇ ਤੋਂ ਵੱਡੀ ਖਬਰ ਹੈ
ਕਿ ਕਾਨੂੰਨ ਨੂੰ ਲੈ ਕੇ ਰੇੜਕਾ ਲਗਾਤਾਰ ਬਰਕਰਾਰ ਹੈ ਕਿਸਾਨਾਂ ਤੇ ਕੇਂਦਰ ਦੇ ਵਿਚਾਲੇ। ਦੇਖੋ 5ਵੇਂ ਗੇੜ ਦੀ ਮੀਟਿੰਗ ਹੈ, 2 ਘੰਟੇ ਤੋਂ ਜ਼ਿਆਦਾ ਇਸ ਸਮੇਂ ਹੋ ਚੁੱਕਾ ਹੈ ਤੇ ਕਿਸਾਨ ਕਹਿ ਰਹੇ ਨੇ ਕਿ ਠੋਸ ਜਵਾਬ ਦਿਵੋ, ਠੋਸ ਸਰਕਾਰ ਨੂੰ ਕਹਿ ਰਹੇ ਨੇ ਕਿ ਠੋਸ ਜਵਾਬ ਦਿਓ ਤੁਸੀਂ। ਬੁਰਾੜੀ ਮੈਦਾਨ ਤੋਂ ਵੀ ਅਸੀਂ ਲਾਈਵ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਉਹ ਮੈਦਾਨ ਜਿੱਥੇ ਕਿਸਾਨਾਂ ਨੂੰ ਪ੍ਰਦਰਸ਼ਨ ਕਰਨ ਦੀ ਥਾਂ ਦਿੱਤੀ ਗਈ ਸੀ। ਇਸ ਮੈਦਾਨ ਦੇ ਵਿੱਚ ਹਾਲਾਂਕਿ ਕਿਸਾਨ ਉੱਥੇ ਨਹੀਂ ਗਏ, ਕੁਝ ਕਿਸਾਨ ਉੱਥੇ ਪਹੁੰਚ ਵੀ ਜ਼ਰੂਰ ਗਏ ਸੀ। ਤਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਦੇ ਉੱਤੇ ਕਿਸਾਨ ਅੜੇ ਹੋਏ ਨੇ ਤੇ ਇਸ ਸਮੇਂ ਖਬਰ ਇਹ ਵੀ ਹੈ